Hello students, welcome you all in biology class. Dear students, ਅੱਜ ਅਸੀਂ ਸਟਾਰਟ ਕਰਾਂਗੇ ਮੋਰਫੋਲੋਜੀ ਆਫ ਪਲਾਂਟਸ ਦਾ ਪਾਰਟ 3 ਜਿਸ 'ਚ ਅਸੀਂ ਐਂਡਰੋਸ਼ੀਅਮ ਮੇਲ ਪਾਰਟ ਆਫ ਅ ਫਲਾਰ, ਫੀਮੇਲ ਪਾਰਟ, seed and fruit formation and description of important flowering plants ਜੋ ਪੰਜਾਬ ਬੋਰਡ ਦੇ ਸਿਲੇਬਸ 'ਚ ਨੇ ਉਹ ਸਟੱਡੀ ਕਰਾਂਗੇ. So let's start with the reproductive parts of the flower. Androecium male part and gynoecium is female part. These are the symbols for female gynoecium and male androecium. Both are reproductive parts of the flower. जो बाकी असी वर्ल्स कीतियां ने दो सैपल्स ते पैटल दियां, ठीक है, दे बोथ आर वैजीटेटिव स्ट्रक्चर्स, ठीक है, वो सिर्फ वैजीटेटिव स्ट्रक्चर्स ने, ये सारे दोनों रीप्रोडक्टिव स्ट्रक्चर्स ने. हुण एंड्रोशियम की हुंदा फ्लावर दा? एंड्रोशियम स्टेमन दा बनिया हुंदा, ठीक है, फुल स्ट्रक्चर नूं असीं स्टेमन कहने आ. एक स्टेमन फरदर एंथर प्लस फिलामेंट दा बनिया हुंदा. एंथर जिहदे विच जो मेल गैमीट्स ने उन्हां दी फॉर्मेशन हुंदी है जो कि कॉमनली पोलन ग्रेन्स असीं जिन्हां नूं कहने आ. जे तुसीं फ्लावर दे विच ऑब्जर्व करो येलो कलर दे तुहानूं स्ट्रक्चर दिखण ਉਹ एक्चुअली एंथरस ਹੁੰਦੇ ਨੇ ਤੇ ਜੇਕਰ ਤੁਸੀਂ ਉਹਨਾਂ ਨੂੰ ਰਬ ਕਰੋ ਤਾਂ ਉਹਦੇ ਚੋਂ ਤੁਹਾਨੂੰ ਪਾਊਡਰੀ ਮਟੀਰੀਅਲ ਜੋ ਮਿਲੂਗਾ ਦੇ ਆਰ ਪੋਲਨ ਗ੍ਰੇਨਸ, ਠੀਕ ਹੈ. ਤੇ ਦੂਸਰੀ ਸਾਈਡ ਸਾਡੇ ਕੋਲ ਹੈ ਫੀਮੇਲ ਪਾਰਟ, दैट इज गाइनोशियम. दिस इज मेड अप ऑफ कार्पल्स. ਤਾਂ इंडिविजुअल जो ਮੈਂਬਰ ਹੈ ਉਹਨੂੰ ਅਸੀਂ ਕਾਰਪਲ ਕਹਿੰਦੇ ਆ. ਤੇ ਕਾਰਪਲ ਕਾਹਦਾ ਬਣਿਆ ਹੁੰਦਾ ਬੇਟਾ? ਸਟਿਗਮਾ, ਸਟਾਈਲ ਐਂਡ ਓਵਰੀ. ਇਸ ਓਵਰੀ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ ਓਵਿਊਲਸ. ਸੋ ਦਿਸ ਇਜ਼ ਦਾ ਗਾਇਨੋਸ਼ੀਅਮ ਔਰ ਫੀਮੇਲ ਪਾਰਟ ਆਫ ਦਾ ਫਲਾਰ, ਜਿਹਦੇ ਵਿੱਚ ਫੀਮੇਲ ਐਗ ਬਣਦਾ ਤੇ ਜਿਹਦੇ ਅੰਦਰ ਹੀ ਫਰਟੀਲਾਈਜੇਸ਼ਨ ਹੁੰਦੀ ਆ. ਪੋਲਨ ਗ੍ਰੇਨਸ ਇਹਦੇ ਤੱਕ ਪਹੁੰਚਦੇ ਨੇ, ਇਹਦੇ ਸਟਿਗਮਾ ਤੱਕ, ਠੀਕ ਹੈ, ਤੇ ਆਪਣੇ ਮੇਲ ਗੈਮੀਟ ਨੂੰ ਫੀਮੇਲ ਗੈਮੀਟ ਤੱਕ ਪਹੁੰਚਾਉਂਦੇ ਨੇ ਤੇ ਬਾਅਦ ਵਿੱਚ ਸਾਡੇ ਕੋਲੇ ਫਰੂਟ ਤੇ ਸੀਡ ਦੀ ਫਾਰਮੇਸ਼ਨ ਹੁੰਦੀ ਹੈ. ਜੋ ਇੱਥੇ ਓਵਰੀ ਦਿਖ ਰਹੀ ਆ ਇਹ ਫਰੂਟ ਬਣ ਜਾਂਦਾ ਤੇ ਜੋ ਓਵਿਊਲਸ ਨੇ ਇਹਨਾਂ ਦੇ ਸੀਡਸ ਬਣ ਜਾਂਦੇ ਨੇ. ਨੈਕਸਟ ਇਜ਼ ਹੁਣ ਅਸੀਂ 1 ਬਾਏ 1 ਐਂਡਰੋਸ਼ੀਅਮ ਤੇ ਗਾਇਨੋਸ਼ੀਅਮ ਨਾਲ ਰਿਲੇਟਡ ਇੰਪੋਰਟੈਂਟ ਟਰਮਸ ਕਰਾਂਗੇ. ਇਹ ਟਰਮਸ ਤੁਸੀਂ ਨੋਟ ਵੀ ਕਰ ਲੈਣੀਆਂ ਨੇ ਕਿਉਂਕਿ ਇਹ ਬਾਅਦ ਵਿੱਚ ਫਲਾਵਰਿੰਗ ਪਲਾਂਟ ਸੀ ਜਦੋਂ ਅਸੀਂ ਡਿਸਕ੍ਰਿਪਸ਼ਨ ਲਿਖਣੀ ਹੈ ਤਾਂ ਉਦੋਂ ਇਹ ਟਰਮਸ ਯੂਜ਼ ਹੋਣੀਆਂ ਨੇ. ਹੁਣ ਸਭ ਤੋਂ ਪਹਿਲਾਂ ਐਂਡਰੋਸ਼ੀਅਮ, ਤਾਂ ਤੁਸੀਂ ਲਿਖਣਾ ਕਿਵੇਂ? ਇਹਨੂੰ ਲਿਖ ਲਓ, ਐਂਡਰੋਸ਼ੀਅਮ ਇਜ਼ ਇਕੁਅਲ ਟੂ ਗਰੁੱਪ ਆਫ ਸਟੇਮਨਸ, ਠੀਕ ਹੈ. ਸਟੇਮਨਸ ਦੇ ਗਰੁੱਪ ਨੂੰ ਐਂਡਰੋਸ਼ੀਅਮ ਬੋਲਦੇ ਆ, ਵਿਚ ਇਜ਼ ਮੇਲ ਪਾਰਟ ਆਫ ਦਾ ਫਲਾਵਰ. ਇੰਡੀਵਿਜੂਅਲ ਸਟੇਮਨ ਇਜ਼ ਮੇਡ ਅਪ ਆਫ ਫਿਲਾਮੈਂਟ ਪਲਸ ਐਂਥਰ, ਠੀਕ ਹੈ, ਫਿਲਾਮੈਂਟ ਤੇ ਨਾਲ ਉਹਦੇ ਹੁੰਦਾ ਐਂਥਰ. ਤੇ ਜੇਕਰ ਸਟੇਮਨ ਸਟਰਾਈਲ ਆ ਕਿ ਉਹ ਸਟੇਮਨ ਪੋਲਨ ਗ੍ਰੇਨ ਪ੍ਰੋਡਿਊਸ ਨਹੀਂ ਕਰ ਰਿਹਾ, ਮੇਲ ਗੈਮੀਟ ਨਹੀਂ ਬਣ ਰਿਹਾ, ਤਾਂ ਉਹੋ ਜਿਹੇ ਸਟੇਮਨ ਨੂੰ ਟਰਮ ਦਿੱਤੀ ਜਾਂਦੀ ਹੈ ਸਟੈਮੀਨੋਡ. ਇੰਪੋਰਟੈਂਟ ਟਰਮ ਆ, ਕਈ ਵਾਰੀ 1 ਮਾਰਕ ਦੇ ਕੁਐਸਚਨ 'ਚ ਆ ਜਾਂਦਾ ਇਹ. ਅਦਰ ਟਰਮਸ ਰਿਲੇਟਡ ਵਿਦ ਐਂਡਰੋਸ਼ੀਅਮ ਹੈ ਕਿ ਐਂਡਰੋਸ਼ੀਅਮ ਜੋ ਸਟੇਮਨਸ ਨੇ ਉਹ ਸਟੇਮਨ ਪੈਟਲਸ ਦੇ ਨਾਲ ਅਟੈਚ ਵੀ ਹੋ ਸਕਦੀਆਂ ਨੇ, ਉਹਨਾਂ ਨੂੰ ਅਸੀਂ ਕਹਿੰਦੇ ਆ ਉਸ ਕੰਡੀਸ਼ਨ ਨੂੰ ਐਪੀਪੈਟਲਸ. ਮੋਸਟਲੀ ਫਰੀ ਹੁੰਦੀਆਂ, ਕਦੇ ਕਦੇ ਉਹ ਅਟੈਚ ਵੀ ਹੁੰਦੀਆਂ ਨੇ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਐਪੀਪੈਟਲਸ ਕੰਡੀਸ਼ਨ. ਹੋਰ ਕਿਹੜੀਆਂ ਕੰਡੀਸ਼ਨ ਨੇ ਸਟੇਮਨਸ ਦੀਆਂ? ਜੇਕਰ ਸਟੇਮਨ ਆਪਸ ਦੇ ਵਿੱਚ ਜੁੜੇ ਨਹੀਂ ਹੋਏ, ਅਲੱਗ-ਅਲੱਗ ਪਏ ਨੇ, ਤਾਂ ਉਸ ਲਈ ਟਰਮ ਹੈ ਪੋਲੀਐਂਡਰਸ. ਜੇਕਰ ਉਹ ਆਪਸ 'ਚ ਯੂਨਾਈਟ ਹੋ ਕੇ 2 ਬੰਡਲਸ ਬਣਾ ਲੈਣ ਜਾਂ ਇੱਕੋ ਬੰਡਲ ਜੇਕਰ ਬਣਾਇਆ ਹੋਇਆ, ਠੀਕ ਹੈ, ਇੱਕੋ ਬੰਡਲ ਪ੍ਰੈਜ਼ੈਂਟ ਆ ਤਾਂ ਉਸ ਦੀ ਕੰਡੀਸ਼ਨ ਨੂੰ ਬੋਲਦੇ ਆ ਮੋਨੋ ਅਡਲਫਸ. ਜੇਕਰ ਇਹੋ ਜਿਹੇ 2 ਬੰਡਲਸ ਨੇ ਤਾਂ ਡਾਈ ਅਡਲਫਸ. ਜੇਕਰ ਮੋਰ ਦੈਨ 2 ਬੰਡਲਸ ਨੇ ਦੈਨ ਪੋਲੀ ਅਡਲਫਸ. ਹੁਣ ਇਹ ਬੰਡਲਸ ਕਿਵੇਂ ਕਲੀਅਰ ਹੋਏ ਆਪਾਂ ਨੂੰ? ਫਲਾਰ ਨੂੰ ਧਿਆਨ ਨਾਲ ਦੇਖਣ ਨਾਲ ਸਾਨੂੰ ਉੱਪਰ ਮੰਨ ਲਓ ਐਂਥਰਸ ਤਾਂ 3 ਦਿਖ ਰਹੇ ਨੇ, ਠੀਕ ਹੈ, ਪਰ ਸਾਨੂੰ ਫਿਲਾਮੈਂਟਸ 3 ਨਹੀਂ ਦਿਖ ਰਹੀਆਂ. ਉਹ ਫਿਲਾਮੈਂਟਸ ਆਪਸ ਦੇ ਵਿੱਚ ਫਿਊਜ਼ ਹੋ ਕੇ ਇੱਕ ਕਾਮਨ ਸਟਰਕਚਰ ਬਣਾ ਰਹੀਆਂ ਨੇ. ਤਾਂ ਸਾਨੂੰ ਇਹ ਕਲੀਅਰ ਹੋ ਗਿਆ ਐਂਥਰਸ ਦੇਖ ਕੇ ਕਿ ਇਸ ਦੇ ਵਿੱਚ 3 ਸਟੇਮਨ ਪ੍ਰੈਜ਼ੈਂਟ ਹੋਣੇ ਚਾਹੀਦੇ ਸੀ, 3 ਫਿਲਾਮੈਂਟ ਹੋਣੇ ਚਾਹੀਦੇ ਸੀ, ਪਰ ਉਹ ਫਿਲਾਮੈਂਟ ਤਿੰਨੋਂ ਫਿਊਜ਼ ਹੋ ਕੇ
ਇੱਕੋ ਬੰਡਲ ਬਣਾ ਲੈਂਦੇ ਨੇ ਤਾਂ ਉਹੋ ਜਿਹੀ ਕੰਡੀਸ਼ਨ ਨੂੰ ਅਸੀਂ ਕਹਿ ਰਹੇ ਹਾਂ ਮੋਨੋ ਅਡਲਫਸ। ਜੇਕਰ ਇਹੋ ਜਿਹੇ ਦੋ ਬੰਡਲਸ ਨੇ ਕਿ ਦੋ ਸਟੇਮਨ ਅਲੱਗ ਤੋਂ ਆਪਸ 'ਚ ਫਿਊਜ਼ ਹੋਏ ਹੋਏ ਨੇ ਤੇ ਦੋ ਸਟੇਮਨ ਅਲੱਗ ਤੋਂ ਫਿਊਜ਼ ਹੋਏ ਨੇ ਜਾਂ ਤਿੰਨ, ਠੀਕ ਹੈ, ਦੋ ਬੰਡਲਸ ਬਣੇ ਹੋਏ ਨੇ ਤਾਂ ਉਹਨੂੰ ਡਾਈ ਅਡਲਫਸ। ਤਾਂ ਇਹ ਅਡਲਫਸ ਟਰਮ ਇੱਦਾਂ। ਨੈਕਸਟ ਐਂਡਰੋਸ਼ੀਅਮ ਦੀ ਡਾਇਗਰਾਮ ਹੈ ਇੱਥੇ, ਜਿਸ 'ਚ ਸਾਨੂੰ ਐਂਥਰ ਪਲੱਸ ਫਿਲਾਮੈਂਟ ਦਿਖ ਰਿਹਾ। ਜੇਕਰ ਅਸੀਂ ਇਹਦਾ ਸੈਕਸ਼ਨ ਕੱਟ ਕਰੀਏ, ਠੀਕ ਹੈ, ਇਹੋ ਜਿਹੇ ਸੈਕਸ਼ਨ ਨੂੰ ਕਹਿੰਦੇ ਆ ਹੌਰੀਜ਼ੋਂਟਲ ਜੋ ਸੈਕਸ਼ਨ ਆ, ਟਰਾਂਸਵਰਸ ਸੈਕਸ਼ਨ। ਤਾਂ ਇਸ ਨੂੰ ਅਸੀਂ ਬਲੇਡ ਨਾਲ ਕੱਟ ਕੀਤਾ, ਅੰਦਰ ਦੇਖਿਆ ਤਾਂ ਉਦੋਂ ਸਾਨੂੰ ਇੱਥੇ ਚਾਰ ਜਿਹੜੇ ਜਨਰਲੀ, ਠੀਕ ਹੈ, ਚਾਰ ਪਾਰਟਸ ਦਿਖਦੇ ਨੇ ਜਿਨ੍ਹਾਂ ਦੇ ਵਿੱਚ ਪੋਲਨ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਨੇ। ਤਾਂ ਇਹ ਜਨਰਲ ਆਈਡੀਆ ਕਿ ਕੈਂਥਰ ਦੇ ਵਿੱਚ ਕਿੱਥੇ ਪੋਲਨ ਗ੍ਰੇਨਸ ਪ੍ਰੈਜ਼ੈਂਟ ਹੁੰਦੇ ਨੇ। ਵੈਸੇ ਜੋ ਇਹਨਾਂ ਦੀ ਫੋਰਮੇਸ਼ਨ ਆ ਜਾਂ ਕਿਵੇਂ ਐਕਟ ਹੁੰਦਾ, ਕਿਵੇਂ ਨੈਕਸਟ ਫਰਟੀਲਾਈਜੇਸ਼ਨ ਹੁੰਦੀ ਆ, ਇਹ ਸਾਰਾ ਪ੍ਰੋਸੀਜਰ +2 ਦਾ ਪਾਰਟ ਆ। ਤਾਂ ਇੱਥੇ ਜਨਰਲ ਆਈਡੀਆ ਹੋਣਾ ਚਾਹੀਦਾ ਤੁਹਾਨੂੰ ਕਿ ਐਂਥਰ ਦਾ ਫੰਕਸ਼ਨ ਕੀ ਹੈ, ਐਂਥਰ ਦੇ ਵਿੱਚ ਹੁੰਦਾ ਕੀ ਹੈ। ਨੈਕਸਟ ਗਾਇਨੋਸ਼ੀਅਮ ਦੇ ਅੰਡਰ ਵੀ ਅਸੀਂ ਸੇਮ ਟਰਮਸ ਕਰਨੀਆਂ ਨੇ, ਬਹੁਤ ਧਿਆਨ ਨਾਲ ਸੁਣਿਓ। ਗਾਇਨੋਸ਼ੀਅਮ ਨਾਲ ਰਿਲੇਟਡ ਟਰਮ ਹੈ ਇੰਪੋਰਟੈਂਟ, ਕਾਰਪਲ। ਤਾਂ ਗਾਇਨੋਸ਼ੀਅਮ ਜੋ ਫੀਮੇਲ ਰੀਪਰੋਡਕਟਿਵ ਪਾਰਟ ਆ ਫਲਾਰ ਦਾ, ਇਟ ਕੰਸਿਸਟ ਆਫ 1 or more ਕਾਰਪਲ। ਦੇਖੋ ਇੱਕ ਅਲੱਗ ਤੋਂ ਇੱਕ ਪਾਰਟ, ਇਹਦਾ ਨਾਮ ਜੋ ਕਾਰਪਲ ਲਈ ਹੈ, ਇੱਕ ਹੈ ਪਿਸਟਲ। ਤਾਂ ਪਿਸਟਲ ਵਰਡ ਵੀ ਗਾਇਨੋਸ਼ੀਅਮ ਨਾਲ ਰਿਲੇਟਡ ਹੀ ਆ, ਪਰ ਪਿਸਟਲ ਤੇ ਕਾਰਪਲ 'ਚ ਬਹੁਤ ਹਲਕਾ ਜਿਹਾ ਡਿਫਰੈਂਸ ਆ। ਕਈ ਵਾਰੀ ਕਿਸੇ ਪਲਾਂਟ ਦੇ ਵਿੱਚ ਕਾਰਪਲ ਦੀ ਜਗ੍ਹਾ ਅਸੀਂ ਪਿਸਟਲ ਵਰਡ ਯੂਜ਼ ਕਰਦੇ ਹਾਂ, ਠੀਕ ਹੈ। ਪਿਸਟਲ ਵਰਡ ਫੀਮੇਲ ਪਾਰਟ ਨਾਲ ਹੀ ਰਿਲੇਟਡ ਆ। ਹੁਣ ਇੱਕ ਕਾਰਪਲ ਦੇ ਵਿੱਚ ਕੀ ਹੁੰਦਾ, ਇੱਕ ਕਾਰਪਲ ਸਟਿਗਮਾ, ਸਟਾਈਲ ਤੇ ਓਵਰੀ ਦਾ ਬਣਿਆ ਹੁੰਦਾ, ਠੀਕ ਹੈ। ਹਰੇਕ ਕਾਰਪਲ ਦੇ ਉੱਤੇ ਇੱਕ ਸਟੇਜ, ਦੈਨ ਇੱਕ ਪਾਈਪ ਲਾਈਕ ਸਟਰਕਚਰ ਤੇ ਨੀਚੇ ਓਵਰੀ, ਠੀਕ ਹੈ। ਸਟਿਗਮਾ, ਸਟਾਈਲ, ਓਵਰੀ ਪ੍ਰੈਜ਼ੈਂਟ ਹੁੰਦੀ ਹੈ। ਤਾਂ ਇਹਦੇ ਲਈ ਵੀ ਸੇਮ ਟਰਮਸ ਨੇ। ਜੇਕਰ ਉਹ ਸਾਰੇ ਜੋ ਕਾਰਪਲ ਆ, ਠੀਕ ਹੈ, ਮੋਰ ਦੈਨ 1 ਕਾਰਪਲ ਇਜ਼ ਪ੍ਰੈਜ਼ੈਂਟ ਇਨ ਅ ਫਲਾਰ ਤੇ ਉਹ ਕਾਰਪਲ ਫ੍ਰੀ ਨੇ, ਤਾਂ ਉਸ ਕੰਡੀਸ਼ਨ ਨੂੰ ਅਸੀਂ ਕਹਾਂਗੇ ਐਪੋਕਾਰਪਸ। ਜੇਕਰ ਉਹ ਕਾਰਪਲਸ ਫਿਊਜ਼ ਹੋਏ ਹੋਏ ਨੇ ਤਾਂ ਸਿਨਕਾਰਪਸ। ਇਹਦੀ ਕਲੈਰਿਟੀ ਨੈਕਸਟ ਸਲਾਈਡ ਤੋਂ ਅਸੀਂ ਕਰਾਂਗੇ। ਹਾਂਜੀ, ਤਾਂ ਇਸ ਸਲਾਈਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਬੇਟਾ ਕਿ ਅਸੀਂ ਜੋ ਓਵਰੀ ਆ ਉਸ ਦਾ ਸੈਕਸ਼ਨ ਕੱਟਿਆ ਹੋਇਆ, ਉਹਨੂੰ ਕੱਟ ਲਾਇਆ ਹੋਇਆ। ਉਸ ਦੇ ਅੰਦਰ ਅਸੀਂ 3 ਏਰੀਆਜ਼ ਦੇਖ ਰਹੇ ਹਾਂ ਡਿਫਰੈਂਟ, ਪਰ ਆਪਸ 'ਚੋਂ ਫਿਊਜ਼ਨ ਹੋਈ ਹੋਈ ਹੈ। ਤਾਂ ਇਹ 3 ਕਾਰਪਲਸ ਪ੍ਰੈਜ਼ੈਂਟ ਨੇ। ਇਹੋ ਜਿਹੀ ਅਸੀਂ ਓਵਰੀ ਨੂੰ ਟਰਾਈ ਕਾਰਪੈਲਰੀ ਕਹਿੰਦੇ ਹਾਂ। ਕਾਰਪਲਸ 3 ਪ੍ਰੈਜ਼ੈਂਟ ਨੇ, ਪਰ ਉਹ ਫਿਊਜ਼ ਹੋ ਕੇ ਸਿੰਗਲ ਟਿਊਬ ਲਾਈਕ ਸਟਰਕਚਰ ਬਣਿਆ ਹੋਇਆ। ਤਾਂ ਉਸ ਕੰਡੀਸ਼ਨ 'ਚ ਅਸੀਂ ਕਹਾਂਗੇ ਕਿ ਇਸ ਦੇ ਵਿੱਚ 3 ਕਾਰਪਲਸ ਪ੍ਰੈਜ਼ੈਂਟ ਨੇ। ਪਰ ਜੇਕਰ ਅਸੀਂ ਪਿਸਟਲ ਦੀ ਟਰਮ 'ਚ, ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਕਾਰਪਲ ਦੀ ਜਗ੍ਹਾ ਪਿਸਟਲ ਵਰਡ ਵੀ ਯੂਜ਼ ਕੀਤਾ ਜਾਂਦਾ, ਪਰ ਪਿਸਟਲ ਅਸੀਂ ਕਹਾਂਗੇ ਕਿ ਇੱਕੋ ਹੀ ਪ੍ਰੈਜ਼ੈਂਟ। ਦੇਖੋ ਇੱਥੇ ਕਾਰਪਲਸ ਫਿਊਜ਼ ਨੇ, ਫਿਊਜ਼ਨ ਲਈ ਟਰਮ ਹੈ ਸਿਨਕਾਰਪਸ। ਤਾਂ ਇਸ ਓਵਰੀ ਦੀ ਕੰਡੀਸ਼ਨ ਕੀ ਆ ਕਿ 3 ਕਾਰਪਲ ਟਰਾਈ ਕਾਰਪੈਲਰੀ, ਸਿਨਕਾਰਪਸ, ਤੇ ਸਾਰੇ ਕਾਰਪਲਸ ਆਪਸ ਦੇ ਵਿੱਚ ਫਿਊਜ਼ ਨੇ। ਪਰ ਪਿਸਟਲ ਕਿੰਨੇ ਪ੍ਰੈਜ਼ੈਂਟ ਨੇ? ਸਿੰਗਲ ਪਿਸਟਲ ਇਜ਼ ਪ੍ਰੈਜ਼ੈਂਟ। ਜੇਕਰ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਕਿ ਤਿੰਨੋਂ ਕਾਰਪਲਸ ਅਲੱਗ-ਅਲੱਗ ਪਏ ਨੇ, ਮੀਨਸ ਐਪੋਕਾਰਪਸ ਕੰਡੀਸ਼ਨ। ਤਾਂ ਐਪੋਕਾਰਪਸ ਕੰਡੀਸ਼ਨ ਹੈ, ਤਿੰਨੋਂ ਕਾਰਪਲਸ ਅਲੱਗ-ਅਲੱਗ ਨੇ, ਤਾਂ ਉਸ ਕੇਸ 'ਚ ਅਸੀਂ ਕਹਾਂਗੇ ਕਿ 3 ਹੀ ਪਿਸਟਲਸ ਪ੍ਰੈਜ਼ੈਂਟ ਨੇ। 3 ਪਿਸਟਲ 3 ਕਾਰਪਲ, ਇੱਥੇ 1 ਪਿਸਟਲ 3 ਕਾਰਪਲ। ਤਾਂ ਤੁਹਾਨੂੰ ਪਿਸਟਲ ਤੇ ਕਾਰਪਲ ਦੇ ਵਿੱਚ ਜੋ ਡਿਫਰੈਂਸ ਆ ਕਲੀਅਰ ਹੋਣਾ ਚਾਹੀਦਾ, ਕਿਉਂਕਿ ਮੋਸਟ ਆਫ ਦਾ ਬੁੱਕਸ ਦੇ ਵਿੱਚ ਕਾਰਪਲ ਦੀ ਜਗ੍ਹਾ ਪਿਸਟਲ ਵਰਡ ਵੀ ਲਿਖਿਆ ਹੁੰਦਾ, ਠੀਕ ਹੈ, ਤੇ ਕਾਰਪਲ ਤਾਂ ਜਨਰਲ ਯੂਸੇਜ ਹੈਗਾ, ਠੀਕ ਹੈ। ਹਾਂਜੀ, ਨੈਕਸਟ ਹੈ, ਹੁਣ ਅਸੀਂ ਦੇਖਿਆ ਕਿ ਜਦੋਂ ਅਸੀਂ ਓਵਰੀ ਦਾ ਸੈਕਸ਼ਨ ਕੱਟ ਕਰਦੇ ਹਾਂ, ਠੀਕ ਹੈ, ਲਾਸਟ ਸਲਾਈਡ 'ਚ ਅਸੀਂ ਦੁਬਾਰਾ ਫਿਰ ਚੱਲਦੇ ਹਾਂ। ਓਵਰੀ ਦਾ ਸੈਕਸ਼ਨ ਕੱਟ ਕੀਤਾ ਤਾਂ ਜਿੱਥੇ ਆਹ ਚੀਜ਼ਾਂ ਪਈਆਂ ਨੇ ਬੇਟਾ, ਥੀਸ ਆਰ ਅਵਿਊਲਸ, ਜਿਹੜੇ ਕਿ ਬਾਅਦ ਵਿੱਚ ਸੀਡ ਬਣਾ ਲੈਂਦੇ ਜਦੋਂ ਅਸੀਂ ਫਰੂਟ ਕੱਟ ਕਰਦੇ ਹਾਂ, ਠੀਕ ਹੈ। ਫਰੂਟ ਦੇ ਵਿੱਚ ਜਿਹੜੇ ਸੀਡਸ ਪ੍ਰੈਜ਼ੈਂਟ ਹੁੰਦੇ ਨੇ ਉਹ ਐਕਚੁਅਲੀ ਫਲਾਰ ਦੇ ਵਿੱਚ ਹੁੰਦੇ ਨੇ ਓਵਿਊਲਸ। ਹੁਣ ਉਹ ਓਵਿਊਲਸ ਇੱਕ ਓਵਰੀ ਦੇ ਵਿੱਚ ਕਿਵੇਂ ਅਰੇਂਜ ਨੇ, ਕਿਵੇਂ ਉਹਨਾਂ ਕਾਰਪਲਸ ਦੇ ਵਿੱਚ ਓਵਿਊਲਸ ਪਏ ਨੇ, ਤਾਂ ਉਸ ਅਕੋਰਡਿੰਗ ਸਾਡੇ ਕੋਲ ਟਰਮ ਆਉਂਦੀ ਹੈ ਪਲੇਸੈਂਟੇਸ਼ਨ। ਪਲੇਸੈਂਟੇਸ਼ਨ ਕੀ ਆ? ਦਿਸ ਇਜ਼ ਅਰੇਂਜਮੈਂਟ ਆਫ ਓਵਿਊਲਸ ਵਿਦ ਇਨ ਦਾ ਓਵਰੀ ਇਜ਼ ਕਾਲਡ ਪਲੇਸੈਂਟੇਸ਼ਨ।
ਤਾਂ ਸਾਡੇ ਕੋਲ ਬੇਟਾ 5 टाइप्स ऑफ प्लेसेंटेशनस ने सिलेबस ਦੇ ਵਿੱਚ, ठीक है। ਤਾਂ प्लेसेंटेशन नंबर 1 है जो दैट इज़ मार्जिनल प्लेसेंटेशन। ਤੁਹਾਨੂੰ ਇਸ फिगर तो ही क्लीयर आ, पहली गल क्लीयर हो गया होना कि प्लेसेंटेशन दी एग्जाम्पल किहड़ी है, पी, ठीक है, मटर ਦਾ जो है। ਜਦੋਂ ਅਸੀਂ ਮਟਰ ਦੇ ਖੋਲਦੇ ਹਾਂ ਤਾਂ ਉਸਦੇ ਦਾਣੇ ਇਸ ਤਰ੍ਹਾਂ ਅਰੇਂਜ ਹੁੰਦੇ ਨੇ, ਠੀਕ ਹੈ। ਉਹ ਤਾਂ ਇੱਕ ਓਵਰੀ ਫਰੂਟ ਬਣੀ ਹੋਈ ਆ, ਪਰ ਜੇਕਰ ਅਸੀਂ ਉਸਦੇ ਫਲਾਰ ਨੂੰ ਕੱਟ ਕਰਕੇ ਦੇਖੀਏ ਤਾਂ ਉਸ 'ਚ ਸਾਨੂੰ ਇਸ ਤਰ੍ਹਾਂ ਨਾਲ ਸੇਮ ਉਵੇਂ ਹੀ ਅਰੇਂਜ ਹੋਏ ਹੋਏ ਅਵਿਊਲ ਮਿਲਦੇ ਨੇ। ਤਾਂ ਕਹਿ ਸਕਦੇ ਹਾਂ ਅਸੀਂ ਕਿ ਜੇ ਅਵਿਊਲਸ ਦੇ ਆਰ ਬੋਰਨ ਔਨ ਰਿਜ, ਠੀਕ ਹੈ, ਰਿਜ ਦੇ ਉੱਤੇ ਪਏ ਨੇ ਤਾਂ ਇਹੋ ਜਿਹੀ ਪਲੇਸੈਂਟੇਸ਼ਨ ਨੂੰ ਅਸੀਂ ਕਹਿੰਦੇ ਹਾਂ ਮਾਰਜਿਨਲ, ਮੀਨਸ ਮਾਰਜਿਨ 'ਤੇ ਪਏ ਨੇ, ਠੀਕ ਹੈ। ਸਾਰੇ ਅਵਿਊਲਸ ਮਾਰਜਿਨ ਦੇ ਉੱਤੇ ਲਾਈ ਕਰਦੇ ਨੇ ਤਾਂ ਉਸਨੂੰ ਮਾਰਜਿਨਲ ਪਲੇਸੈਂਟੇਸ਼ਨ ਕਿਹਾ ਜਾਂਦਾ। ਨੈਕਸਟ ਟਾਈਪ ਹੈ ਬੇਟਾ एक्साइल प्लेसेंटेशन। सो दिस इज़ द डायग्राम एक्साइल प्लेसेंटेशन। एक्साइल प्लेसेंटेशन दी कॉमन एग्जाम्पल है टोमैटो। हुण तुसीं सब ने टोमैटो भी कट कीता होना। टोमैटो दे अंदर इदां साडे कोल 3 जो रीजनस बने हुंदे ने, ਤਾਂ ਉਹ ਤੋਂ ਕਲੀਅਰ ਹੁੰਦਾ ਕਿ ਟਰਾਈ ਕਾਰਪੈਲਰੀ ਓਵਰੀ ਹੈ ਕਿ 3 ਕਾਰਪਲਸ ਨੇ। ਹੁਣ ਉਹਦੇ ਓਵਿਊਲਸ ਸੀਡਸ ਕਿਵੇਂ ਪਏ ਹੁੰਦੇ ਨੇ ਟੋਮੈਟੋ ਦੇ ਵਿੱਚ, ਸੈਂਟਰ ਦੇ ਵਿੱਚ ਇਦਾਂ ਅਰੇਂਜ ਹੁੰਦੇ ਨੇ, ਠੀਕ ਹੈ। ਤਾਂ ਉਸਨੂੰ ਅਸੀਂ ਇਹੋ ਜਿਹੀ ਪਲੇਸੈਂਟੇਸ਼ਨ ਨੂੰ ਕਹਿੰਦੇ ਆ ਐਗਜ਼ਾਈਲ ਪਲੇਸੈਂਟੇਸ਼ਨ, ਕਿ ਇਫ ਓਵਿਊਲਸ ਆਰ ਅਟੈਚਡ ਇਨ ਦਾ ਐਕਸੀਅਲ ਪੋਜੀਸ਼ਨ, ਠੀਕ ਹੈ, ਪਲੇਸੈਂਟਾ ਇਜ਼ ਇਨ ਐਕਸੀਅਲ ਪੋਜੀਸ਼ਨ ਤੇ ਓਵਿਊਲਸ ਇਦਾਂ ਅਰੇਂਜ ਨੇ। ਦਿਸ ਟਾਈਪ ਆਫ ਪਲੇਸੈਂਟੇਸ਼ਨ ਇਜ਼ ਕਾਲਡ ਐਗਜ਼ਾਈਲ। ਐਗਜ਼ਾਮਪਲ ਇਹਦੀ ਨੋਟ ਕਰ ਲਓ, ਟੋਮੈਟੋ ਔਰ ਚਾਈਨਾ ਰੋਜ਼ ਔਰ ਲੈਮਨ ਵੀ ਕੱਟ ਕਰਦੇ ਹੋ ਤਾਂ ਸੇਮ ਕੰਡੀਸ਼ਨ ਹੁੰਦੀ ਹੈ ਸੀਡਸ ਦੀ। ਤੇ ਤੁਹਾਨੂੰ ਮੈਂ ਕਿਹਾ ਕਿ ਸੀਡਸ ਤੋਂ ਹੀ ਪਤਾ ਚੱਲ ਜਾਂਦਾ ਕਿ ਓਵਿਊਲਸ ਵੀ ਇਦਾਂ ਹੀ ਪਏ ਹੋਣਗੇ, ਕਿਉਂਕਿ ਓਵਿਊਲਸ ਤੋਂ ਹੀ ਸੀਡ ਬਣੇ ਹੋਏ ਨੇ। ਨੈਕਸਟ ਟਾਈਪ ਜੋ ਪਲੇਸੈਂਟੇਸ਼ਨ ਦੀ ਹੈ ਸਪਰਾਈਟਲ। ਹੁਣ ਪ੍ਰਾਈਟਲ ਪਲੇਸੈਂਟੇਸ਼ਨ ਕੀ ਹੁੰਦੀ ਆ, the ovules develop on inner wall of the ovary or on periphery, ठीक है, peripheral region ਦੇ ਉੱਤੇ ovules arranged ਨੇ on the inner wall of ovary। ਤਾਂ this type of placentation is called as parietal placentation, ठीक है। parietal placentation ਤੋਂ ਬਾਅਦ next ਜੋ ਹੈ that is free central placentation, ठीक है। ਹੁਣ ਸਭ ਪਹਿਲਾਂ ਸੱਚ ਆਪਾਂ ਪ੍ਰਾਈਟਲ ਪਲੇਸੈਂਟੇਸ਼ਨ ਦੀ ਜੇ ਐਗਜ਼ਾਮਪਲ ਦੇਖੀਏ ਤਾਂ ਉਹਦੇ 'ਚ ਤੁਸੀਂ ਮਸਟਰਡ ਪਲਾਂਟ, ਠੀਕ ਹੈ, ਮਸਟਰਡ ਦਾ ਜੇਕਰ ਫਰੂਟ ਸੀਡ ਜੋ ਓਵਰੀ ਹੈ ਉਹਨੂੰ ਓਬਜ਼ਰਵ ਕਰੀਏ, ਫਲਾਰ ਲਈਏ ਮਸਟਰਡ ਦਾ, ਤਾਂ ਉੱਥੇ ਪ੍ਰਾਈਟਲ ਪਲੇਸੈਂਟੇਸ਼ਨ ਹੁੰਦੀ ਹੈ। ਨੈਕਸਟ ਹੈ ਇਫ ਓਵਿਊਲਸ ਆਰ ਬੋਰਨ ਔਨ ਸੈਂਟਰਲ ਐਕਸਿਸ ਲਾਈਕ ਦਿਸ, ਸੋ ਦਿਸ ਟਾਈਪ ਆਫ ਪਲੇਸੈਂਟੇਸ਼ਨ ਇਜ਼ ਨੋਨ ਐਜ਼ ਫਰੀ ਸੈਂਟਰਲ। ਇਹਦੇ 'ਚ ਕੋਈ ਸੈਪਟਮ ਨਹੀਂ ਬਣਿਆ ਹੋਇਆ, ਠੀਕ ਹੈ, ਕੋਈ ਸੈਪਟਾ ਨਹੀਂ ਹੈ ਓਵਿਊਲਸ ਦੇ ਨਾਲ, ਠੀਕ ਹੈ, ਕਿਸੇ ਚੀਜ਼ ਨਾਲ ਨਹੀਂ, ਫਰੀਲੀ ਸੈਂਟਰ 'ਚ ਪਏ ਨੇ, ਦੈਟ ਇਜ਼ ਫਰੀ ਸੈਂਟਰਲ ਪਲੇਸੈਂਟੇਸ਼ਨ, ਠੀਕ ਹੈ। ਇਹਦੀ ਐਗਜ਼ਾਮਪਲ ਹੈ ਡਾਇਐਂਥਸ ਪਲਾਂਟ ਹੈ ਇਹਦੀ ਐਗਜ਼ਾਮਪਲ। ਤਾਂ ਐਗਜ਼ਾਮਪਲ ਤੁਹਾਡੀ ਬੁੱਕ ਦੇ ਵਿੱਚ ਵੀ ਨੇ, ਉੱਥੋਂ ਨੋਟ ਕਰ ਲਿਓ। ਲਾਸਟ ਟਾਈਪ ਆਫ ਪਲੇਸੈਂਟੇਸ਼ਨ ਇਜ਼ ਬੇਸਲ ਟਾਈਪ। ਬੇਸਲ ਮੀਨਸ ਨਾਮ ਤੋਂ ਹੀ ਕਲੀਅਰ ਆ, placenta develops at the base of ovary and single ovule is attached to it, एक single ovule ਪਿਆ ਹੁੰਦਾ। and this type of placentation is found in sunflower or marigold, ठीक है। ਤਾਂ ਇਹ ਸੀ ਪਲੇਸੈਂਟੇਸ਼ਨ ਦੀਆਂ ਟਾਈਪਸ। ਜਨਰਲੀ ਤੁਹਾਨੂੰ ਕਿਸੇ ਵੀ ਪਲੇਸੈਂਟੇਸ਼ਨ ਦੀ ਡੈਫੀਨੇਸ਼ਨ ਪੇਪਰ 'ਚ ਆ ਜਾਂਦੀ ਹੈ ਤੇ ਨਾਲ ਤੁਸੀਂ ਉਹਦੀ ਇੱਕ ਡਾਇਗਰਾਮ ਡਰਾ ਕਰ ਸਕਦੇ ਹੋ, ਠੀਕ ਹੈ। ਨੈਕਸਟ ਹੈ ਜੋ ਫਰੂਟ। ਹੁਣ ਨੈਕਸਟ ਟੌਪਿਕ ਸਾਡਾ ਹੈ ਫਰੂਟ। ਫਰੂਟ ਬੇਟਾ ਮੈਂ ਪਹਿਲਾਂ ਵੀ ਡਿਸਕਸ ਕੀਤਾ ਕਿ ਇੱਕ ਫਲਾਰ ਦੀ ਜੋ ਓਵਰੀ ਹੈ, ਓਵਰੀ ਤੋਂ ਡਿਵੈਲਪ ਹੁੰਦਾ ਹੈ ਫਰੂਟ, ਠੀਕ ਹੈ। ਇੱਥੇ ਡਾਇਗਰਾਮ ਤੋਂ ਵੀ ਕਲੀਅਰ ਆ ਕਿ ਇਸ ਓਵਰੀ ਤੋਂ ਫਰੂਟ ਬਣਦਾ, ਤੇ ਜਿਵੇਂ ਇਹਦੇ 'ਚ ਓਵਿਊਲਸ ਅਰੇਂਜ ਨੇ ਉਵੇਂ ਹੀ ਉਸ ਫਰੂਟ ਦੇ ਅੰਦਰ ਸੀਡਸ ਬਣ ਜਾਂਦੇ ਨੇ, ਠੀਕ ਹੈ। ਤਾਂ ਓਵਰੀ ਤੋਂ ਫਰੂਟ ਫਾਰਮ ਹੁੰਦਾ ਐਂਡ ਓਵਿਊਲਸ ਚੇਂਜਡ ਇਨਟੂ ਸੀਡ। ਟਰੂ ਫਰੂਟ ਇਦਾਂ ਦਾ ਹੁੰਦਾ। ਕਈ ਵਾਰੀ ਕੁਛ ਕੁ ਫਰੂਟਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਓਵਰੀ ਦੇ ਨਾਲ ਨਾਲ ਥੈਲਮਸ ਪਾਰਟ, ਜਿਹਦੇ 'ਤੇ ਇਹ ਸਾਰੇ ਪਾਰਟਸ ਲਾਈ ਕਰਦੇ ਨੇ,
ਇਹਦੇ ਤੋਂ ਵੀ ਫਰੂਟ ਦਾ ਜੋ ਖਾਣ ਵਾਲਾ ਪੋਰਸ਼ਨ ਹੁੰਦਾ ਉਹਦੇ ਤੋਂ ਡਿਵੈਲਪ ਹੋ ਜਾਂਦਾ, ਠੀਕ ਹੈ। ਤਾਂ ਉਹੋ ਜਿਹੇ ਫਰੂਟ ਵੀ ਪ੍ਰੈਜ਼ੈਂਟ ਹੁੰਦੇ ਨੇ, ਤਾਂ ਉਹਨਾਂ ਨੂੰ ਅਸੀਂ ਫਾਲਸ ਫਰੂਟ ਕਹਿ ਦਿੰਦੇ ਹਾਂ। ਟਰੂ ਫਰੂਟ ਆ ਜਿਹੜਾ ਉਹ ਹਮੇਸ਼ਾ ਓਵਰੀ ਤੋਂ ਹੀ ਬਣਿਆ ਹੋਊਗਾ, ਠੀਕ ਹੈ। ਹਾਂਜੀ, ਨੈਕਸਟ ਹੈ ਫਰੂਟ ਦੇ ਕੀ ਸਾਡੇ ਕੋਲੇ ਹੁੰਦਾ ਫਰੂਟ ਦੇ ਵਿੱਚ। ਫਰੂਟ ਦੀ ਜੋ ਵਾਲ ਹੁੰਦੀ ਆ ਉਹਨੂੰ ਬੇਟਾ ਟਰਮ ਦਿੱਤੀ ਗਈ ਆ ਪੈਰੀਕਾਰਪ ਦੀ, ਠੀਕ ਹੈ। ਫਰੂਟ ਦੀ ਜੋ ਵਾਲ ਹੁੰਦੀ ਆ ਦੈਟ ਇਜ਼ ਪੈਰੀਕਾਰਪ। ਹੁਣ ਪੈਰੀਕਾਰਪ ਫਲੈਸ਼ੀ ਵੀ ਹੋ ਸਕਦੀ ਹੈ, ਡਰਾਈ ਵੀ ਹੋ ਸਕਦੀ ਹੈ, ਠੀਕ ਹੈ। ਫਲੈਸ਼ੀ ਮੀਨਸ ਉਹਦੇ 'ਚ ਐਕਸਟਰਾ ਮਟੀਰੀਅਲ ਹੋ ਸਕਦਾ ਜਾਂ ਬਿਲਕੁਲ ਡਰਾਈ ਹੋ ਸਕਦੀ ਹੈ। ਜੇਕਰ ਪੈਰੀਕਾਰਪ ਬਹੁਤ ਥਿਕ ਆ ਤਾਂ ਉਹਨੂੰ ਅਸੀਂ ਫਰਦਰ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। ਉਹ ਕਿਹੜੇ ਕਿਹੜੇ ਪਾਰਟਸ ਨੇ? ਐਪੀਕਾਰਪ, ਮੀਜ਼ੋਕਾਰਪ ਐਂਡ ਐਂਡੋਕਾਰਪ, ਠੀਕ ਹੈ। 3 ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਹਾਂ। ਜਨਰਲੀ ਤਿੰਨਾਂ ਨੂੰ ਮਿਲਾ ਕੇ ਬਣਦਾ ਪੈਰੀਕਾਰਪ। ਤੇ ਸੈਂਟਰ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਫਰੂਟ ਦੇ ਸੀਡ, ਠੀਕ ਹੈ। ਸੀਡ ਜਿਹੜਾ ਕਿ ਓਵਿਊਲ ਤੋਂ ਡਿਵੈਲਪ ਹੋਇਆ। ਹੁਣ ਕਈ ਵਾਰੀ ਕਈ ਪਲਾਂਟਸ ਦੇ ਵਿੱਚ ਵਿਦਾਊਟ ਫਰਟੀਲਾਈਜੇਸ਼ਨ, ਠੀਕ ਹੈ, ਫਰਟੀਲਾਈਜੇਸ਼ਨ ਹੁੰਦੀ ਨਹੀਂ, ਮੇਲ ਤੇ ਫੀਮੇਲ ਗੈਮੀਟ ਦੀ ਫਿਊਜ਼ਨ ਨਹੀਂ ਹੁੰਦੀ ਤੇ ਫਰੂਟ ਬਣ ਜਾਂਦਾ। ਉਹੋ ਜਿਹੇ ਫਰੂਟਸ ਨੂੰ ਅਸੀਂ ਕਹਿੰਦੇ ਹਾਂ ਬੇਟਾ ਪਾਰਥੀਨੋਕਾਰਪਿਕ ਫਰੂਟ। ਇੱਕ ਅਨਦਰ ਟਰਮ ਆ, ਤੁਸੀਂ ਨੋਟ ਡਾਊਨ ਕਰ ਸਕਦੇ ਹੋ, ਠੀਕ ਹੈ। ਹਾਂਜੀ, ਤਾਂ ਸਾਡੇ ਕੋਲੇ ਫਰੂਟ ਦੀ ਜੋ ਇੱਥੇ ਡਾਇਗਰਾਮ ਅਵੇਲੇਬਲ ਹੈ, ਮੈਂਗੋ ਤੇ ਕੋਕੋਨਟ, ਠੀਕ ਹੈ। ਐਪੀਕਾਰਪ, ਮੀਜ਼ੋਕਾਰਪ, ਐਂਡੋਕਾਰਪ। ਤਾਂ ਫਰੂਟਸ ਨੂੰ ਵੀ ਇਹਦੇ ਵਿੱਚ ਫਰਦਰ ਐਲੈਬੋਰੇਟ ਫਾਰਮ ਦੇ ਵਿੱਚ ਤੁਹਾਡੀਆਂ ਰੈਫਰੈਂਸ ਬੁੱਕਸ ਦੇ ਵਿੱਚ ਪ੍ਰੈਜ਼ੈਂਟ ਹੋਊਗਾ, ਕਿਉਂਕਿ ਫਰੂਟ ਦੀਆਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ। ਜਿਵੇਂ ਇੱਥੇ ਕੋਕੋਨਟ, ਮੈਂਗੋ ਆ, ਇਹੋ ਜਿਹੇ ਫਰੂਟ ਨੂੰ ਡਰੂਪ ਕਿਹਾ ਜਾਂਦਾ, ਠੀਕ ਹੈ। ਇਹ ਦੋਨੋਂ ਮੋਨੋਕਾਰਪੈਲਰੀ ਓਵਰੀ ਤੋਂ ਬਣੇ ਹੋਏ ਆ। ਮੋਨੋਕਾਰਪੈਲਰੀ ਮੀਨ ਸਿੰਗਲ ਕਾਰਪਲ, ਠੀਕ ਹੈ, ਐਂਡ 1 ਸੀਡਡ ਫਰੂਟ ਨੇ ਇਹ ਦੋਨਾਂ ਦੇ ਵਿੱਚ ਸਿੰਗਲ ਸੀਡ ਪ੍ਰੈਜ਼ੈਂਟ ਆ, ਠੀਕ ਹੈ। ਤਾਂ ਫਰੂਟ ਦੀਆਂ ਵੀ ਟਾਈਪਸ ਹੁੰਦੀਆਂ, ਪਰ ਤੁਹਾਡੇ ਸਿਲੇਬਸ ਦੇ ਵਿੱਚ ਜਨਰਲ ਫਰੂਟ ਦਾ ਸਟਰਕਚਰ ਆ, ਤਾਂ ਤੁਹਾਨੂੰ ਟਰਮਸ ਮੇਨ ਹੋਣੇ ਚਾਹੀਦੀਆਂ ਕਿ ਵਟ ਇਜ਼ ਪੈਰੀਕਾਰਪ ਐਂਡ ਵਟ ਆਰ ਪਾਰਥੀਨੋਕਾਰਪਿਕ ਫਰੂਟਸ ਐਂਡ ਵਟ ਇਜ਼ ਐਪੀਕਾਰਪ, ਮੀਜ਼ੋਕਾਰਪ ਐਂਡ ਐਂਡੋਕਾਰਪ, ਠੀਕ ਹੈ। ਹਾਂਜੀ, ਨੈਕਸਟ ਹੈ ਸੀਡ। ਹੁਣ ਇੰਟਰਨਲੀ ਅਸੀਂ ਫਰੂਟ ਦੇ ਦੇਖਿਆ ਸੀਡ ਪ੍ਰੈਜ਼ੈਂਟ ਹੁੰਦਾ। ਸੀਡ ਬਣਿਆ ਕਿਤੋਂ ਹੁੰਦਾ ਬੇਟਾ? ਯੂ ਆਲਰੇਡੀ ਨੋ ਦੈਟ ਓਵਿਊਲਸ ਆਫਟਰ ਫਰਟੀਲਾਈਜੇਸ਼ਨ ਡਿਵੈਲਪਸ ਇਨਟੂ ਸੀਡ। ਸੀਡ ਇਜ਼ ਮੇਡ ਆਫ ਸੀਡ ਕੋਟ ਐਂਡ ਐਂਬਰੀਓ। ਹੁਣ ਅਸੀਂ ਫਸਟ ਵੀਡੀਓ 'ਚ ਵੀ ਡਿਸਕਸ ਕੀਤਾ ਸੀ ਕਿ ਸੀਡ ਦੇ ਵਿੱਚ ਐਂਬਰੀਓ ਐਕਸਿਸ ਹੁੰਦੀ ਆ, ਠੀਕ ਹੈ, ਜਿਹਦੇ 2 ਮੇਨ ਰੀਜਨ ਨੇ, ਪਲਮਿਊਲ ਐਂਡ ਰੈਡੀਕਲ, ਠੀਕ ਹੈ। ਐਂਬਰੀਓ ਐਕਸਿਸ, ਐਂਬਰੀਓ ਦੇ ਵਿੱਚ ਪਲਮਿਊਲ ਐਂਡ ਰੈਡੀਕਲ, ਪਲੱਸ ਉਹਦੇ 'ਚ ਨੋਰਿਸ਼ਮੈਂਟ ਪ੍ਰੋਵਾਈਡ ਕਰਵਾਉਣ ਲਈ ਹੁੰਦੇ ਨੇ ਕੋਟੀਲੀਡੋਨਸ। ਤਾਂ ਐਂਬਰੀਓ ਇਜ਼ ਜੋ ਰੈਡੀਕਲ ਆ ਉਹਦੇ ਤੋਂ ਬਾਅਦ ਵਿੱਚ ਨਵੇਂ ਪਲਾਂਟ ਦੀ ਰੂਟ ਦੀ ਫਾਰਮੇਸ਼ਨ ਹੋਣੀ ਆ ਤੇ ਬਲਬਿਊਲ ਪਾਰਟ ਤੋਂ ਸ਼ੂਟ ਦੀ ਫਾਰਮੇਸ਼ਨ ਹੋਣੀ ਆ, ਠੀਕ ਹੈ। ਤੇ ਕੋਟੀਲੀਡੋਨਸ 1 ਵੀ ਹੋ ਸਕਦਾ, ਜਿਵੇਂ ਮੋਨੋਕੋਟ ਨੇ, ਵੀਟ, ਮੇਜ਼, ਉਹਨਾਂ 'ਚ ਕੋਟੀਲੀਡੋਨ ਇੱਕੋ ਹੁੰਦਾ। 2 ਕੋਟੀਲੀਡੋਨਸ ਡਾਈਕੋਟ ਪਲਾਂਟਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ। ਐਗਜ਼ਾਮਪਲ ਇੱਥੇ ਗ੍ਰਾਮ ਐਂਡ ਪੀ ਪਲਾਂਟ ਦੀ ਦਿੱਤੀ ਹੋਈ ਆ। ਤਾਂ ਸੀਡ, ਸਭ ਤੋਂ ਪਹਿਲਾਂ ਅਸੀਂ ਡਾਈਕੋਟ ਸੀਡ ਆ ਜਿਹੜਾ ਉਹਦੀ ਸਟੱਡੀ ਕਰਾਂਗੇ। ਡਾਈਕੋਟ ਸੀਡ ਦੇ ਵਿੱਚ ਅਸੀਂ ਜਨਰਲ ਬੇਟਾ ਟਰਮਸ ਹੀ ਕਰਨੀਆਂ ਨੇ। ਤੁਹਾਡੀ ਬੁੱਕ 'ਚ ਬਹੁਤ ਲਿਮਿਟਿਡ ਹੈ ਮੋਨੋਕੋਟ, ਡਾਈਕੋਟ ਸੀਡ, ਤਾਂ ਉਹਨਾਂ ਹੀ ਤੁਸੀਂ ਕਿ ਉਹਨਾਂ 'ਚ ਡਿਫਰੈਂਸ ਕੀ ਨੇ, ਕੀ ਪ੍ਰੈਜ਼ੈਂਟ ਹੁੰਦਾ, ਉਹਦੇ ਡਾਇਗਰਾਮ, ਇਹ ਸਾਰੀਆਂ ਚੀਜ਼ਾਂ ਐਗਜ਼ਾਮ ਦੇ ਲਈ ਯਾਦ ਰੱਖਣੀਆਂ ਨੇ। ਹੁਣ ਆਊਟਰ ਮੋਸਟ ਕਵਰਿੰਗ ਆ ਸੀਡ ਦੀ, ਦੈਟ ਇਜ਼ ਸੀਡ ਕੋਟ। ਸੀਡ ਕੋਟ ਦੇ 2 ਲੇਅਰਸ ਹੁੰਦੀਆਂ ਨੇ, ਟੈਸਟਾ ਐਂਡ ਟੈਗਮੈਨ। ਇੰਪੋਰਟੈਂਟ ਵਰਡਸ ਨੇ, ਯਾਦ ਰੱਖਣੇ ਨੇ ਕਿ ਟੈਸਟਾ ਐਂਡ ਟੈਗਮੈਨ ਦੋਨੋਂ ਜੋ ਲੇਅਰਸ ਨੇ ਦੇ ਆਰ ਫਾਊਂਡ ਇਨ ਸੀਡ, ਠੀਕ ਹੈ, ਟੈਸਟਾ, ਟੈਗਮੈਨ। ਨੈਕਸਟ ਇੱਕ ਇਹਦੇ 'ਚ ਹਾਈਲਮ, ਇਟ ਇਜ਼ ਅ ਸਕਾਰ। ਇਹ ਕੀ ਆ ਕਿ ਜਿੱਥੋਂ ਸੀਡ ਅਟੈਚ ਹੁੰਦਾ ਫਰੂਟ ਨਾਲ ਉਸ 'ਤੇ, ਠੀਕ ਹੈ, ਇੱਕ ਨਿਸ਼ਾਨ ਹੁੰਦਾ, ਉਹਨੂੰ ਟਰਮ ਦਿੱਤੀ ਆ ਹਾਈਲਮ ਦੀ, ਠੀਕ ਹੈ। ਹਾਈਲਮ ਦੇ ਉੱਪਰ ਇੱਕ ਛੋਟੀ ਜਿਹੀ ਪੋਰ ਪ੍ਰੈਜ਼ੈਂਟ ਹੁੰਦੀ ਆ, ਮਾਈਕਰੋਪਾਈਲ, ਠੀਕ ਹੈ। ਹੁਣ ਇਹ ਪੋਰ ਬਾਅਦ ਵਿੱਚ ਹੈਲਪ ਕਰਦੀ ਆ ਸੀਡ ਨੇ ਜੋ ਹੁਣ ਡਿਵੈਲਪਮੈਂਟ ਦੌਰਾਨ ਉਹਨੂੰ ਚਾਹੀਦੀ ਹੈ ਰੈਸਪੀਰੇਸ਼ਨ ਹੋਣੀ ਆ ਉਹਦੇ ਵਿੱਚ, ਠੀਕ ਹੈ। ਉਹਨੂੰ ਜੋ ਰਿਕੁਆਇਰਮੈਂਟ ਨੇ ਪਾਣੀ ਦੀ ਜਾਂ ਫਿਰ ਜੋ ਕਾਰਬਨ ਡਾਈਆਕਸਾਈਡ ਆ, ਜੋ ਵੀ ਰਿਕੁਆਇਰਮੈਂਟਸ ਨੇ, ਤਾਂ ਉਹ ਉੱਥੋਂ ਮਾਈਕਰੋਪਾਈਲ ਦੇ ਥਰੂ ਲੈ ਸਕਦਾ। ਹਾਂਜੀ, ਦੈਨ ਇਨਸਾਈਡ ਦਾ ਸੀਡ ਕੋਟ ਇਜ਼ ਐਂਬਰੀਓ ਇਜ਼ ਪ੍ਰੈਜ਼ੈਂਟ। ਐਂਬਰੀਓ ਦੇ ਵਿੱਚ ਐਂਬਰੀਓਨਿਕ ਐਕਸਿਸ ਐਂਡ 2 ਕੋਟੀਲੀਡੋਨਸ ਆਰ ਪ੍ਰੈਜ਼ੈਂਟ ਹੇਅਰ, ਠੀਕ ਹੈ। 2 ਕੋਟੀਲੀਡੋਨਸ ਨੇ ਇਹਦੇ 'ਚ। ਸੋ ਦੀਜ਼ ਆਰ
दिस इज द स्ट्रक्चर ऑफ डाइकॉट सीड। नैक्सट है स्ट्रक्चर ऑफ मोनोकॉट सीड। ये बहुत इंपॉर्टेंट टर्म्स ने कई। मोनोकॉट सीड सब तो पहले एक टर्म आती है बेटा एंडोस्पर्मिक। ज़्यादातर जो मोनोकॉट सीड्स ने वो एंडोस्पर्मिक होंगे ने। हुण एंडोस्पर्म की है, हुण ये वैसे टर्म +2 के सिलेबस नाल रिलेटेड आ, पर इत्थे हुण असीं थोड़ी जी डिस्कशन कर लीए कि एंडोस्पर्मिक का मीनिंग की हुंदा। जदों दो गैमीट्स की मेल ते फीमेल गैमीट की, जां मैं कह दा कि पोलन ग्रेन ठीक है पहुँच चुकिया उहदे चों मेल गैमीट आ फीमेल पार्ट तक, दोनों की फ्यूजन तो बाद जिहड़ा जाइगोट बनता, ठीक है जाइगोट टर्म तुहानूं सब नूं पता। तो इस जाइगोट तो एंबरीओ बनना, ठीक है इस जाइगोट ने डिवाइड होके एंबरीओ बनना। तो यदी फॉर्मेशन दौरान उस जो ओवरी आ जां ओव्यूल आ, ठीक है जाइगोट ने एंबरीओ फॉर्म करना, तो उसदे नाल एक स्ट्रक्चर बन जूगा एंडोस्पर्म। हुण जाइगोट तो एंबरीओ की फॉर्मेशन च जो उसनूं न्यूट्रीएंट जां नॉरिशमेंट प्रोवाइड करवाऊगा वो स्ट्रक्चर हुंदा बेटा एंडोस्पर्म। तो ज़्यादातर जो प्लांट्स होंदे ने उन्हां चों एंडोस्पर्म सारे का सारा यूटिलाइज हो जाता जदों तक जाइगोट ने फुली मैच्योर एंबरीओ बनना। एंबरीओ कह रही है मैं, मीनस के पूरा सीड बन चुकिया, तो वो एंडोस्पर्म खत्म हो जाता। पर मोनोकॉट्स के केस विच ज़्यादातर सीड्स दे विच वो एंडोस्पर्म उहदे च ठीक है बचिया रह जाता, एंडोस्पर्म प्रेजेंट रह जाता। तो इहो जे सीड्स नूं असीं कहने एंडोस्पर्मिक। तो हुण एंडोस्पर्म भी प्रेजेंट आ, आप सीड च की बनना नॉरिशमेंट लई कोटिलीडॉन्स, वो कोटिलीडॉन तो प्रेजेंट आ, ठीक है। तो इस करके इहो जे सीड्स नूं असीं कहने एंडोस्पर्मिक सीड्स। तो एंडोस्पर्म इज अ बल्की एंड स्टोर फूड। तो एंडोस्पर्म जो आ मेज का सीड आ बेटा, मक्की का सीड आ, ठीक है। आ आउटर तुहानूं जनरल जो दा देख रहे स्ट्रक्चर, ठीक है इंटरनली आपां नूं इदां जो सैक्शन कटिंग आ उहदी इस तरह दिखती है। तो आउटर कवरिंग आ जो एंडोस्पर्म दी वो मेन एंबरीओ नालों, ठीक है आ मेन एंबरीओ आ, दिस इज एंडोस्पर्म। इनू सैपरेट कौन करता, उस लेयर का नाम है एल्यूरोन लेयर। तो तुहानूं ऑब्जैक्टिव क्वेश्चन भी आ जाता कि एल्यूरोन लेयर की हुंदी है, किहदे च प्रेजेंट हुंदे, तुहानूं याद होना चाहिए। दिस इज द प्रोटीनेशियस लेयर विच सैपरेट्स एंबरीओ फ्रॉम एंडोस्पर्म इन मोनोकॉट प्लांट्स, ठीक है। तो एंबरीओ मोनोकॉट प्लांट्स का स्मॉल इन साइज हुंदा, ते उहदे च 1 लार्ज कोटिलीडॉन इज प्रेजेंट। तो उसदे कोटिलीडॉन नूं कहा जाता स्कूटैलम। इंपॉर्टेंट वर्ड आ बेटा भी स्कूटैलम की आ, ये भी मोनोकॉट सीड का ही पार्ट आ। ये कोटिलीडॉन नूं ही एक होर टर्म देती स्कूटैलम दी, ठीक है सिंगल कोटिलीडॉन। तो नाल ही तुहानूं क्लीयर आ कि एंबरीओ दे विच की प्रेजेंट हुंदा, दैट कंटेन्स अ पल्म्यूल एंड अ रेडिकल। एक डिफरेंस होर आ डाइकॉट सीड नालों कि मोनोकॉट दे विच जो पल्म्यूल हुंदा जनरली पल्म्यूल ते रेडिकल दे आले दुआले कवरिंग्स प्रेजेंट हुंदियां ने। पल्म्यूल दी कवरिंग नूं कहा जाता कोलियोटाइल एंड जो रेडिकल दी कवरिंग आ उन्होंने कहा जाता कोलियोराइजा, ठीक है। ये वर्ड्स भी इंपॉर्टेंट ने, कोलियोटाइल एंड कोलियोराइजा बोथ वर्ड्स अकर इन मोनोकॉट सीड, ठीक है। तो तुसी इन्हां चों डिफरेंसिस भी बना सकते हो कि मोनोकॉट ते डाइकॉट सीड दे विच डिफरेंस की आ। कई बारी तुहानूं कल्ली मोनोकॉट सीड दी डायग्राम ड्रॉ करनी आ जाती है, जां लेबल करनी भी आ सकती है, इंपॉर्टेंट अ पार्ट, ठीक है। ये तुसीं सारा याद रखना सारिया टर्म्स नूं। लास्ट में बेटा आपां करनी आ टिपिकल जो फ्लावरिंग प्लांट ने तुहाडे सिलेबस दे विच उन्हां दी डिस्क्रिप्शन। किसी भी फ्लावर दी जां फ्लावरिंग प्लांट दी डिस्क्रिप्शन दे विच असीं उस प्लांट दे हैबिट दसदे आ कि वो प्लांट किहो जिहा ट्री आ, श्रब आ, हर्ब आ, ठीक है। ਉਹਦੇ ਕਰੈਕਟਰ ਦੱਸਦੇ ਆ ਕਿ ਉਹਦੀਆਂ ਰੂਟਸ ਕਿਹੋ ਜਿਹੀਆਂ ਨੇ, ਕਿ ਉਹਦੀ ਜੋ ਰੂਟ ਆ, ਠੀਕ ਹੈ ਉਹ ਜਿਹੜੀਆਂ ਆਪਾਂ ਰੂਟ ਦੀਆਂ ਟਾਈਪਸ ਕੀਤੀਆਂ ਨੇ, ਫਾਈਬਰਸ ਰੂਟ ਆ, ਐਡਵੈਂਟੀਸ਼ੀਅਸ ਰੂਟ ਆ, ਠੀਕ ਹੈ। ਤਾਂ ਉਹ ਕਿ ਟੈਪ ਰੂਟ ਆ, ਕਿਹੜੀ ਰੂਟ ਪ੍ਰੈਜੈਂਟ ਆ ਉਹਦੇ 'ਚ, ਲੀਵਸ ਕਿਹੋ ਜਿਹੇ ਨੇ, ਸਟੈਮ ਕਿਹੋ ਜਿਹੀ ਆ। ਤਾਂ ਇਹ ਸਾਰੇ ਕਰੈਕਟਰ ਦੱਸਣ ਤੋਂ ਬਾਅਦ ਉਹਦੇ ਇਨਫਲੋਰੈਸੈਂਸ ਦੇ ਕਰੈਕਟਰਸ ਦੱਸਦੇ ਆ ਕਿ ਕੀ ਉਸਦੇ ਵਿੱਚ ਸਿੰਗਲ ਫਲਾਰ ਹੀ ਪ੍ਰੈਜੈਂਟ ਆ ਜਾਂ ਫਲਾਰਸ एक अरेंजमेंट दे विच पए ने, वो इनफ्लोरेसेंस किहो जी आ, ठीक है। तो
ਉਸ ਤੋਂ ਬਾਅਦ ਜੋ ਫਲਾਰ ਦੇ ਪਾਰਟਸ ਨੇ ਇੰਡੀਵਿਜੂਅਲੀ ਕਿ ਉਹਦੇ 'ਚ ਕਿੰਨੇ ਸੈਪਲਸ ਪ੍ਰੈਜ਼ੈਂਟ ਨੇ, ਕਿਵੇਂ ਕਿਹੜੀ ਕੰਡੀਸ਼ਨ 'ਚ, ਜਿਹੜੀਆਂ ਅਸੀਂ ਪਿੱਛੇ ਐਸਟੀਵੇਸ਼ਨ ਲਾਸਟ ਵੀਡੀਓ 'ਚ ਕੀਤੀਆਂ ਕਿ ਵੋਲਵੇਟ ਐਸਟੀਵੇਸ਼ਨ ਆ, ਇੰਬਰੀਕੇਟ ਐਸਟੀਵੇਸ਼ਨ ਆ, ਕਿਹੋ ਜਿਹੀ ਫਲਾਰ ਦੇ ਵਿੱਚ ਐਸਟੀਵੇਸ਼ਨ ਪ੍ਰੈਜ਼ੈਂਟ ਆ, ਠੀਕ ਹੈ। ਉਹਦੇ 'ਚ ਸਟੇਮਨ ਕਿੰਨੇ ਪਏ ਨੇ, ਉਹ ਸਟੇਮਨ ਦੀ ਕੰਡੀਸ਼ਨ ਕੀ ਆ, ਉਹ ਮੋਨੋਡਲਫਸ ਆ, ਡਾਈਅਡਲਫਸ, ਅਸੀਂ ਵਰਡ ਸਾਰੇ ਕਰ ਚੁੱਕੇ ਆ, ਤਾਂ ਉਹ ਸਾਰੇ ਡਿਸਕ੍ਰਿਪਸ਼ਨ ਦਿੱਤੀ ਜਾਂਦੀ ਆ। ਤਾਂ ਉਸ ਤੋਂ ਬਾਅਦ ਅਸੀਂ ਉਸ ਫਲਾਰ ਦਾ ਫਾਰਮੂਲਾ ਤਿਆਰ ਕਰਦੇ ਹਾਂ ਜਿਹਨੂੰ ਕਿਹਾ ਜਾਂਦਾ ਫਲੋਰਲ ਫਾਰਮੂਲਾ, ਜਿਹਦੇ 'ਚ ਅਸੀਂ ਕੁਝ ਕੁ ਸਿੰਬਲਸ ਯੂਜ਼ ਕਰਦੇ ਹਾਂ। BR ਜੋ ਵਰਡ ਹੈ ਉਹ ਬ੍ਰੈਕਟੀਏਟਲੀ ਹੈ ਕਿ ਫਲਾਰ ਦੇ ਨੀਚੇ ਬ੍ਰੈਕਟ ਪ੍ਰੈਜ਼ੈਂਟ ਹੈ ਜਾਂ ਨਹੀਂ, ਠੀਕ ਹੈ। ਬ੍ਰੈਕਟੀਏਟ, ਬ੍ਰੈਕਟ ਦਾ ਮੀਨ ਹੁੰਦਾ ਬੇਟਾ ਰਿਡਿਊਸਡ ਲੀਫ ਹੁੰਦਾ, ਬਹੁਤ ਛੋਟਾ ਜਿਹਾ ਲੀਫ ਜੋ ਬਿਲਕੁਲ ਪੈਡੀਸਲ ਦੇ ਨੀਚੇ ਪਿਆ ਹੁੰਦਾ। ਪੈਡੀਸਲ ਕੀ ਆ, ਜੋ ਫਲਾਰ ਦੀ ਮੇਨ ਜੋ ਸਟੋਕ ਜਿਹਨੂੰ ਅਸੀਂ ਕਹਿੰਦੇ, ਉਸ ਤੋਂ ਬਾਅਦ ਥੈਲਮਸ ਆ, ਠੀਕ ਹੈ। ਥੈਲਮਸ ਤੇ ਜੋ ਫਲਾਰ ਆ ਉਹ ਪਿਆ, ਠੀਕ ਹੈ। ਤਾਂ ਇੱਥੇ ਪੈਡੀਸਲ ਦੀ ਬੇਸ ਤੇ ਛੋਟਾ ਜਿਹਾ ਲੀਫ ਲਾਈਕ ਸਟਰਕਚਰ ਰਿਡਿਊਸਡ ਲੀਫ ਪਿਆ ਹੁੰਦਾ ਜਿਹਨੂੰ ਕਿਹਾ ਜਾਂਦਾ ਬ੍ਰੈਕਟ। ਤਾਂ ਅਸੀਂ ਉਸ ਲਈ ਟਰਮ ਯੂਜ਼ ਕਰਦੇ ਹਾਂ BR, ਠੀਕ ਹੈ, ਕਿ ਕੀ ਉਸ ਫਲਾਰ ਤੇ ਬ੍ਰੈਕਟ ਪ੍ਰੈਜ਼ੈਂਟ ਹੈ ਜਾਂ ਨਹੀਂ। ਨੈਕਸਟ ਹੈ K ਸਿੰਬਲ ਕੈਲਿਕਸ ਲਈ, ਕਿਉਂਕਿ ਅਸੀਂ ਬਾਅਦ ਵਿੱਚ ਫਾਰਮੂਲੇ 'ਚ ਲਿਖਣਾ ਕਿ K3 ਨੇ, ਕਿ ਇਸ ਦੇ ਵਿੱਚ ਜੋ ਸੈਪਲਸ ਨੇ, ਜੋ ਕੈਲਿਕਸ ਵਰਡ ਸੈਪਲਸ ਲਈ ਹੈ ਨਾ, ਕਿ ਉਸ 'ਚ ਸੈਪਲਸ 3 ਨੇ ਕਿ 6 ਨੇ, ਤਾਂ ਅਸੀਂ ਉਹ ਚੀਜ਼ ਲਿਖੀ ਦੀ ਹੈ ਕਿ K6 ਨੇ ਜਾਂ K5 ਨੇ, ਠੀਕ ਹੈ। ਤਾਂ K ਟਰਮ ਹੈ ਕੈਲਿਕਸ ਵਾਸਤੇ, ਕਿਉਂਕਿ ਜੋ ਇਹਦੇ ਲਈ C ਕਿਉਂ ਨਹੀਂ ਯੂਜ਼ ਕੀਤੀ, ਕਿਉਂਕਿ C ਅਸੀਂ ਯੂਜ਼ ਕਰਨੇ ਆ ਕਰੋਲਾ ਲਈ। ਕਰੋਲਾ ਕੀ ਹੁੰਦੇ ਨੇ, ਪੈਟਲਸ, ਕਿ ਪੈਟਲਸ ਕਿੰਨੇ ਨੇ। ਨੈਕਸਟ ਹੈ P ਪੇਰੀਐਂਥ। ਆਪਾਂ ਲਾਸਟ ਵੀਡੀਓ 'ਚ ਡਿਸਕਸ ਕੀਤਾ ਸੀ ਕਿ ਕਈ ਪਲਾਂਟਸ ਦੇ ਵਿੱਚ ਕੈਲਿਕਸ ਤੇ ਕਰੋਲਾ ਦੋਨੋਂ ਫਿਊਜ਼ ਹੁੰਦੇ ਨੇ, ਦੋਨੋਂ ਇੱਕ ਸਿੰਗਲ ਸਟਰਕਚਰ ਬਣਾ ਲੈਂਦੇ ਨੇ, ਜਿਹਨੂੰ ਫਿਰ ਅਸੀਂ ਪੈਰੀਐਂਥ ਕਹਿੰਦੇ ਆ। P ਉਹਦਾ ਸਿੰਬਲ ਹੈ, A ਐਂਡਰੋਸ਼ੀਅਮ ਲਈ, G ਗਾਇਨੋਸ਼ੀਅਮ ਲਈ। ਹੁਣ ਅਸੀਂ 1 by 1 ਤਿੰਨੋਂ ਜੋ ਸਾਡੇ ਸਿਲੇਬਸ ਦੇ ਵਿੱਚ ਫੈਮਲੀਜ਼ ਨੇ, ਕਿ ਸੋਲੇਨੇਸੀ ਫੈਮਲੀ ਆ, ਠੀਕ ਹੈ, ਜਿਹਨੂੰ ਅਸੀਂ ਜਨਰਲੀ ਪੋਟੈਟੋ ਫੈਮਲੀ ਵੀ ਕਹਿੰਦੇ ਆ, ਕਾਮਨ ਐਗਜ਼ਾਮਪਲ, ਠੀਕ ਹੈ। ਦੈਨ ਸਾਡੇ ਕੋਲ ਲਿਲੀਏਸੀ ਫੈਮਲੀ ਆ, ਜਿਹਦੇ 'ਚ ਅਸੀਂ ਅਨੀਅਨ, ਠੀਕ ਹੈ, ਜਾਂ ਲਿਲੀਏਸੀ ਫੈਮਲੀ ਦਾ ਮੇਨਲੀ ਅਸੀਂ ਅਨੀਅਨ ਐਗਜ਼ਾਮਪਲ ਲਿਖ ਦਿੰਦੇ ਹਾਂ, ਟਿਊਲਿਪ ਵੀ ਲਿਖ ਸਕਦੇ ਹਾਂ। ਤੇ ਥਰਡ ਸਾਡੇ ਕੋਲ ਫੈਮਲੀ ਫੈਬੇਸੀ ਹੈ, ਫੈਬੇਸੀ ਲੈਗੂਮਨੇਸੀ, ਜਿਹ 'ਚ ਦਾਲਾਂ ਦਾ ਪਲਾਂਟ, ਜਿਹਦੇ 'ਚ ਅਸੀਂ ਕਾਮਨਲੀ ਮਟਰ, ਠੀਕ ਹੈ, ਪੀ ਦੀ ਸਟੱਡੀ ਕਰਨੀ ਹੈ, ਪੀ ਪਲਾਂਟ ਦੀ। ਤਾਂ ਇਹਨਾਂ 'ਚ ਜੋ ਮੇਨ ਚੀਜ਼ ਆ, ਮੈਂ ਇਸ ਤੇ ਵੀਡੀਓ ਦੇ ਵਿੱਚ ਫਲੋਰਲ ਕਰੈਕਟਰਸ ਲਏ ਨੇ ਬੇਟਾ। ਵੈਜੀਟੇਟਿਵ ਕਰੈਕਟਰਸ ਈਜ਼ੀ ਨੇ, ਤੁਹਾਨੂੰ ਉਸ ਪਲਾਂਟ ਨੂੰ ਦੇਖ ਕੇ ਪਤਾ ਲੱਗ ਜਾਣਗੇ, ਪਰ ਜੋ ਤੁਹਾਡੇ ਕੁਐਸਚਨ ਆਉਣਾ ਹੈ ਉਹ ਮੇਨ ਫਲੋਰਲ ਕਰੈਕਟਰਸ ਦੇ ਨਾਲ ਰਿਲੇਟਡ ਫਲੋਰਲ ਫਾਰਮੂਲਾ ਬਣਾਉਣ ਦਾ, ਠੀਕ ਹੈ, ਕਿ ਆਹ ਫਲੋਰਲ ਡਾਇਗਰਾਮ ਆ, ਠੀਕ ਹੈ। ਇਹ ਡਾਇਗਰਾਮ ਡਰਾ ਕਰਨ ਦਾ ਮੇਨ ਕੁਐਸਚਨ ਆਉਂਦਾ ਹੁੰਦਾ ਤੁਹਾਨੂੰ, ਕਿ ਤੁਸੀਂ ਇਸ ਫੈਮਿਲੀ ਦੀ ਫਲੋਰਲ ਡਾਇਗਰਾਮ ਕਿਵੇਂ ਬਣਾਓਗੇ ਤੇ ਉਹਦਾ ਫਾਰਮੂਲਾ ਕਿਵੇਂ ਲਿਖੋਗੇ। ਬਹੁਤ ਈਜ਼ੀ ਆ, ਧਿਆਨ ਨਾਲ ਸੁਣਨਾ ਤੁਸੀਂ, ਠੀਕ ਹੈ। ਸਭ ਤੋਂ ਪਹਿਲਾਂ ਅਸੀਂ ਲੈ ਰਹੇ ਹਾਂ ਸੋਲੇਨੇਸੀ ਫੈਮਿਲੀ। ਸੋਲੇਨੇਸੀ ਫੈਮਿਲੀ ਅਸੀਂ ਡਾਇਗਰਾਮ ਤੋਂ ਹੀ ਕਰਾਂਗੇ ਸਿੱਧਾ ਇਹਨੂੰ। ਸੋਲੇਨੇਸੀ ਫੈਮਿਲੀ ਦੇ ਵਿੱਚ ਕਾਮਨਲੀ ਜਿਹੜਾ ਅਸੀਂ ਪਲਾਂਟ ਸਟੱਡੀ ਕਰਨਾ ਹੈ ਉਹ ਹੈ ਸੋਲੇਨਮ ਨਾਈਗਰਮ, ਇੱਥੇ ਲਿਆ ਹੋਇਆ, ਠੀਕ ਹੈ। ਪੋਟੈਟੋ ਫੈਮਿਲੀ ਆ, ਤਾਂ ਸੋਲੇਨਮ ਨਾਈਗਰਮ ਪਲਾਂਟ, ਉਹਦੇ ਸਾਡੇ ਕੋਲ ਇੱਥੇ ਸ਼ੂਟ ਅਸੀਂ ਦਿਖਾਈ ਹੋਈ ਹੈ ਡਾਇਗਰਾਮ ਦੇ ਵਿੱਚ, ਤੁਹਾਡੀ ਬੁੱਕ ਦੇ ਵਿੱਚ ਵੀ ਸੇਮ ਡਾਇਗਰਾਮ ਆ ਇਹ, ਠੀਕ ਹੈ। ਉਹਦਾ ਫਲਾਰ, ਠੀਕ ਹੈ, ਉਹਦੇ 'ਚ ਫਲਾਰ ਕਿਹੋ ਜਿਹਾ, ਨੈਕਸਟ ਫਲਾਰ ਦਾ ਸੈਕਸ਼ਨ ਕੱਟ ਕਰਕੇ ਦੇਖਿਆ ਹੋਇਆ, ਦੈਨ ਸਟੇਮਨਸ ਕਿਹੋ ਜਿਹੇ ਨੇ। ਓਵਰੀ ਮੇਨ ਜਿਹੜੀ ਡਾਇਗਰਾਮ ਤੁਸੀਂ ਯਾਦ ਕਰਨੀ ਆ ਉਹ ਹੈ ਬੇਟਾ ਇਹ ਹੈ ਫਲੋਰਲ ਡਾਇਗਰਾਮ। ਹੁਣ ਇਹਦੇ ਕੀ ਹੈ, ਇਹਨੂੰ ਕਿਵੇਂ ਡਰਾ ਕੀਤਾ ਹੋਇਆ, ਹੁਣ ਅਸੀਂ ਫਿਰ ਸਟਾਰਟ ਕਰਦੇ ਹਾਂ 1 by 1। ਸਭ ਤੋਂ ਪਹਿਲਾਂ ਅਸੀਂ ਕਿਹਾ ਕਿ ਫਲਾਰ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਉਸਦੇ ਵੈਜੀਟੇਟਿਵ ਕਰੈਕਟਰ ਦੱਸਦੇ ਹਾਂ। ਤਾਂ ਇਹੋ ਜਿਹੇ ਪਲਾਂਟਸ ਮੋਸਟਲੀ ਹਰਬਸ ਵੀ ਹੁੰਦੇ ਨੇ, ਸ਼ਰਬਸ ਵੀ ਹੁੰਦੇ ਨੇ, ਤੇ ਟਰੀਜ਼ ਵੀ, ਰੇਅਰਲੀ ਸਮਾਲ ਟਰੀਜ਼ ਹੁੰਦੇ ਨੇ। ਸਟੈਮ ਕਿਹੋ ਜਿਹੀ ਹੁੰਦੀ ਹੈ ਕਿ ਸਟੈਮ ਇਹਦੀ ਬ੍ਰਾਂਚ ਹੋਊਗੀ, ਸਿਲੰਡਰੀਕਲ ਹੋਊਗੀ ਜਾਂ ਕਲਾਈਂਬਰ ਹੋਊਗੀ। ਤਾਂ ਇਹੋ ਜਿਹੇ ਕਰੈਕਟਰ ਨੇ ਮੇਨ, ਅਸੀਂ ਫੋਕਸ ਕਰਨਾ ਫਲੋਰਲ ਕਰੈਕਟਰ 'ਤੇ। ਤਾਂ ਇਸ ਪਲਾਂਟ ਦੇ ਵਿੱਚ ਜੋ ਇਨਫਲੋਰਸੈਂਸ ਆ ਦੈਟ ਇਜ਼ ਸੋਲਿਟਰੀ, ਇਸ ਫੈਮਿਲੀ ਦੇ ਵਿੱਚ ਸੋਲਿਟਰੀ, ਠੀਕ ਹੈ, ਸੋਲਿਟਰੀ ਫਲਾਰ ਹੁੰਦਾ, ਸਿੰਗਲ ਫਲਾਰ ਪ੍ਰੈਜ਼ੈਂਟ ਹੁੰਦਾ ਐਟ ਟਿਪ। ਐਗਜ਼ਲਰੀ ਜਾਂ ਐਗਜ਼ਲ ਦੇ ਵਿੱਚ ਫਲਾਰ ਪ੍ਰੈਜ਼ੈਂਟ ਹੁੰਦਾ, ਤਾਂ
कुछ भी हो सकता, और साइमोस, ठीक है। जो ये सोलेनम प्लांट दिखाया है साइमोस इनफ्लोरेसेंस है, साइमोस, ठीक है। साइमोस असी किया, रेसीमोस ते साइमोस मेन के टिप के उत्ते फ्लावर आ, फिर साइड तो नवा फ्लावर आता, ठीक है। तो तुहानूं इत्थे क्लीयर हो जाओ। सो दिस इज साइमोस टाइप ऑफ इनफ्लोरेसेंस। मेन हुण नाल असी फ्लावर ते फ्लावर दी अगे जो डिस्क्रिप्शन है, ठीक है, उहदी जो फ्लोरल डायग्राम है वो करनी है। हुण फ्लावर इस दे विच बेटा हुंदा एक्टिनोमॉर्फिक। एक्टिनोमॉर्फिक मीनस कि उसनूं जेकर असी सेंटर दे विचों कोई भी लाइन ड्रॉ करिए तो साडे कोले दो इक्वल पार्ट्स हुंदे। देखो इधरों भी दो इक्वल पार्ट्स ने, ठीक है। फिर असी लाइन इत्थों ड्रॉ की, साडे कोल दो इक्वल पार्ट्स होंदे, तो हर वारी साडे कोल दो इक्वल पार्ट्स ने। तो उहदे लई फ्लोरल फॉर्मूला च सिंबल है ए वाला बेटा, दिस इज फॉर एक्टिनोमॉर्फिक फ्लावर। उस तो बाद सब तो बाहर आपां उहदी वर्ल आ जिहड़ी वो बनाउने आ कैलिक्स दी, ग्रीन कलर की जिहड़ी इत्थे बनी हुई आ। तो याद रखना जदों भी किसी चीज़ का फ्लोरल डायग्राम ड्रॉ करना तो कैलिक्स हमेशा इस शेप च ही ड्रॉ करना। इत्थे ध्यान नाल देखो इहदी शेप, ठीक है। दूसरे नंबर ते जो उहदा करोला, जो उहदे पैटल्स ने, उहदे लई जो सिंबल वो इस तरह असीं ड्रॉ करदे हां, ठीक है। जो करोला उहनूं असीं इस तरह ड्रॉ करदे हां, जिवें सैकेंड वर्ल, ठीक है। असीं जिमें जिमें फ्लावर दी वर्ल्स स्टडी करते हैं उवें उवें ही फ्लोरल डायग्राम दे विच ड्रॉ करते हैं कि सब तो पहली वर्ल है जिहड़ी वो है कैलिक्स दी, सिंबल के है बेटा। दूसरी वर्ल है करोला दी, सिंबल सी है, ठीक है। दिस इज फर्स्ट वर्ल, दिस इज सैकेंड वर्ल। थर्ड वर्ल है एंड्रोशियम दी, ए है, ते लास्ट सेंटर दे विच है गाइनोशियम जिहदे लई है जी, ठीक है। तो डिस्क्रिप्शन दे विच सब तो पहला असीं ये दस्सिआ कि फ्लावर एक्टिनोमॉर्फिक, सॉरी हाँ जी हाँ एक्टिनोमॉर्फिक है कि इहदे विच हर वारी सेंटर जो लाइन ड्रॉ करन नाल दो इक्वल पार्ट्स आउंदे ने। सैकेंड असीं इस दी डिस्क्रिप्शन दे विच दसदे हां कि इस फ्लावर दे विच फीमेल ते मेल दोनों पार्ट प्रेजेंट ने। हाँ जी, ये एंड्रोशियम भी प्रेजेंट हुंदा, गाइनोशियम भी। तो उहदे लई इकट्ठा सिंबल जिहड़ा है तैनूं पता भी आ फीमेल लई सिंबल आ, नाल ही इहदे उपर इदां बना दिंदे ये मेल लई सिंबल आ, ठीक है। तो दिस प्लस दिस उहदा इकट्ठा एक सिंबल तैयार कर लिया। सो दिस मीनस दिस फ्लावर इज बाईसैक्शुअल, ठीक है। दोनों ही मेल ते फीमेल पार्ट इहदे च प्रेजेंट हुंदे ने। नैक्सट हुण साडे कोले फ्लोरल फॉर्मूला किवें बन रहा। हुण असीं कैलिक्स इहदे देख रहे हैं कि इस फ्लावर दा जदों असीं डाइसैक्ट करांगे तो उस च असीं देखांगे इहदे च कि सैपल्स 5 ने, ठीक है। क्योंकि कैलिक्स आ उहदा 5 इन नंबर आ, ते वो सारे जो सैपल्स ने आपस च यूनाइटेड ने, जुड़े हुए ने। जदों असीं किसी चीज़ नूं सिंबल देना कि ये चीज़ जुड़ी हुई है तो उस नंबर नूं असीं ब्रैकेट च रख दिंदे हां, तो 5 ब्रैकेट दे विच आऊगा। नैक्सट जो असीं इहदा करोला ऑबजर्व करांगे फ्लावर दे विच, एक्चुअल फ्लावर नूं देख के ही फ्लोरल डायग्राम तैयार हुंदी है ना। करोला जदों असीं देखना वो भी देखना कि पैटल्स भी 5 ने, ठीक है। पैटल्स आर ऑल्सो 5 एंड ऑल आर फ्यूज्ड, तो 5 वो भी ब्रैकेट दे विच आऊगा। नैक्सट जो असीं एंड्रोशियम ऑबजर्व करते हैं, दे आर ऑल्सो 5 इन नंबर। देखो सारियां चीज़ां 5 दे ਉਹਦੇ 'ਚ ਆ ਰਹੀਆਂ ਤਾਂ ਇਹਦਾ ਮਤਲਬ ਇਹ ਪੈਂਟਾਮੀਰਸ ਫਲਾਰ ਆ, ਠੀਕ ਹੈ। ਫਲਾਰ ਦੀ ਡਿਸਕ੍ਰਿਪਸ਼ਨ ਦੇ ਵਿੱਚ ਸਾਨੂੰ ਵੀ ਪਤਾ ਲੱਗ ਗਿਆ ਕਿ ਇਟ ਇਜ਼ ਆ ਪੈਂਟਾਮੀਰਸ ਫਲਾਰ। ਹਾਂਜੀ, ਐਂਡਰੋਸ਼ੀਅਮ ਵੀ 5 ਆ, ਪਰ ਉਹਦੇ 'ਚ ਅਸੀਂ ਨਾਲ ਅਬਜ਼ਰਵ ਕਰਦੇ ਹਾਂ ਕਿ ਐਂਡਰੋਸ਼ੀਅਮ ਆ ਦੈਟ ਇਜ਼ ਅਟੈਚਡ ਟੂ ਪੈਟਲਸ, ਪੈਟਲਸ ਨਾਲ ਜੁੜਿਆ ਹੋਇਆ, ਤਾਂ ਉਹਦੇ ਲਈ ਸਿੰਬਲ ਹੈ ਇਹ ਵਾਲਾ। ਉੱਪਰੋਂ ਅਸੀਂ ਇੱਕ ਇੱਦਾਂ ਕਰਵ ਡਰॉ ਕਰਦੇ ਹਾਂ ਕਿ ਜੋ ਐਂਡਰੋਸ਼ੀਅਮ ਆ ਤੇ ਕਰੋਲਾ ਉਹ ਜੁੜੇ ਹੋਇਆ, ਐਂਡਰੋਸ਼ੀਅਮ ਕਰੋਲਾ ਨਾਲ ਜੁੜਿਆ ਹੋਇਆ। ਤੇ ਲਾਸਟ ਤੇ ਗਾਇਨੋਸ਼ੀਅਮ ਜੇ ਉਹਦਾ ਅਬਜ਼ਰਵ ਕਰਦੇ ਆ ਤਾਂ ਉਹ ਬਾਈਕਾਰਪੈਲਰੀ ਆ, 2 ਇਨ ਨੰਬਰ, ਤੇ ਓਵਰੀ ਹੈ ਜੋ ਉਹ ਸੁਪੀਰੀਅਰ। ਸੁਪੀਰੀਅਰ ਮੀਨਸ ਕਿ ਫਲਾਰ ਕੀ ਆ, ਹਾਈਪੋਗਾਈਨਸ ਟਾਈਪ ਆਫ ਫਲਾਰ ਆ, ਠੀਕ ਹੈ। ਓਵਰੀ ਸੁਪੀਰੀਅਰ ਆ, ਤਾਂ ਉਸ 'ਚ ਅਸੀਂ ਨੀਚੇ ਜੀ ਦੇ ਨੀਚੇ ਇੱਕ ਬਾਰ ਡਰॉ ਕਰਦੇ ਹਾਂ, ਲਾਈਨ, ਠੀਕ ਹੈ। ਤੇ ਓਵਰੀ ਸਿਨ ਕਾਰਪਸ ਵੀ ਆ, 2 ਕਾਰਪਲਸ ਪ੍ਰੈਜ਼ੈਂਟ ਨੇ, ਆਪਸ 'ਚ ਫਿਊਜ਼ ਨੇ, ਤਾਂ ਬ੍ਰੈਕਟ 'ਚ ਲਿਖਾਂਗੇ। ਤਾਂ ਬੇਟਾ ਆਪਣੇ ਕੋਲੇ ਇਸ ਤਰ੍ਹਾਂ ਉਸ ਦਾ ਫਲੋਰਲ ਫਾਰਮੂਲਾ ਜਿਹੜਾ ਉਹ ਤਿਆਰ ਹੋ ਜਾਊਗਾ। ਦਿਸ ਇਜ਼ ਫਲੋਰਲ ਫਾਰਮੂਲਾ।
ਤਾਂ ਡਾਇਗਰਾਮ 'ਚ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਐਸਟੀਵੇਸ਼ਨ ਦੇ ਅਕੋਰਡਿੰਗ ਵੋਲਵਿਟ ਐਸਟੀਵੇਸ਼ਨ ਹੈ ਨਾ, ਤਾਂ ਆਪਸ 'ਚ ਯੂਨਾਈਟਿਡ ਆ, ਯੂਨਾਈਟਿਡਲੀ ਇੱਦਾਂ ਆਪਸ ਦੇ ਵਿੱਚ ਜੁਆਇਨ ਕੀਤਾ ਹੋਇਆ, ਠੀਕ ਹੈ। ਅਤੇ ਐਂਡਰੋਸ਼ੀਅਮ ਵੀ ਜੁੜਿਆ ਹੋਣ ਕਰਕੇ, ਠੀਕ ਹੈ, ਐਂਡਰੋਸ਼ੀਅਮ ਅਸੀਂ ਕਿਹਾ ਪੈਟਲਸ ਨਾਲ ਜੁੜਿਆ ਹੋਇਆ ਅਸੀਂ ਦੇਖ ਰਹੇ ਹਾਂ ਫਲਾਰ ਦੇ ਵਿੱਚ ਓਬਜ਼ਰਵ ਕਰ ਰਹੇ ਹਾਂ, ਤਾਂ ਅਸੀਂ ਉਸ ਨੂੰ ਇੱਦਾਂ ਜੁਆਇਨ ਕਰਤਾ ਐਂਡਰੋਸ਼ੀਅਮ ਨੂੰ। ਨੈਕਸਟ ਗਾਇਨੋਸ਼ੀਅਮ, ਸਾਨੂੰ ਪਤਾ ਬਾਈਕਾਰਪੈਲਰੀ, ਇੱਥੇ ਅਸੀਂ 2 ਕਾਰਪਲਸ ਬਣਾਏ ਹੋਏ ਨੇ, ਠੀਕ ਹੈ, ਅਤੇ ਨਾਲ ਹੀ ਉਹ ਆਪਸ 'ਚ ਜੁੜੇ ਹੋਏ ਨੇ। ਸਿਨ ਕਾਰਪਸ ਓਵਰੀ ਸੁਪੀਰੀਅਰ, ਉਹਦੇ ਲਈ ਅਸੀਂ ਨਾਲ ਹੀ ਸਿੰਬਲ ਡਰੋ ਕੀਤਾ, ਠੀਕ ਹੈ। ਸੋ ਦਿਸ ਇਜ਼ ਫਲੋਰਲ ਫਾਰਮੂਲਾ ਐਂਡ ਦਿਸ ਇਜ਼ ਫਲੋਰਲ ਡਾਇਗਰਾਮ ਆਫ ਸੋਲੇਨੇਸੀ ਫੈਮਿਲੀ। ਤਾਂ ਤੁਸੀਂ ਉਸਦੇ ਕਰੈਕਟਰਸ ਨੇ ਜਿਹੜੇ ਫਲਾਰ ਦੇ, ਉਹਨਾਂ ਨੂੰ ਯਾਦ ਰੱਖਣਾ ਕਿ ਉਹਨੂੰ ਨੈਚੁਰਲੀ ਅਬਜ਼ਰਵ ਕਰੋ, ਠੀਕ ਹੈ। ਸੋਲੇਨਮ ਫੈਮਿਲੀ ਦਾ ਕੋਈ ਵੀ ਫਲਾਰ ਆ ਜਿਹੜਾ ਸੋਲੇਨੇਸੀ ਫੈਮਿਲੀ ਦਾ, ਉਹਨੂੰ ਲਿਆ ਕੇ ਜਾਂ ਜੇਕਰ ਤੁਹਾਡੇ ਕੋਲ ਹੈ ਤਾਂ ਉਹਨੂੰ ਦੇਖ ਕੇ ਅਬਜ਼ਰਵ ਕਰੋ, ਜੇ ਨਹੀਂ ਹੈ ਤਾਂ ਡਾਇਗਰਾਮ ਤੋਂ ਹੀ ਕਲੀਅਰ ਕਰੋ ਅਤੇ ਉਹਦੀ ਫਲੋਰਲ ਡਾਇਗਰਾਮ ਬਣਾਉਣ ਦੀ ਕੋਸ਼ਿਸ਼ ਕਰਨੀ। ਹੁਣ ਨੈਕਸਟ ਜੋ ਫੈਮਲੀਜ਼ ਨੇ ਹੁਣ ਸਾਡੀਆਂ ਉਹ ਜਲਦੀ ਹੋ ਜਾਣਗੀਆਂ। ਨੈਕਸਟ ਜਿਹੜੀ ਹੈ ਫੈਮਿਲੀ ਦੈਟ ਇਜ਼ ਫੈਬੇਸੀ ਫੈਮਿਲੀ। ਫੈਬੇਸੀ ਫੈਮਿਲੀ ਦੀ ਜੇਕਰ ਫਲੋਰਲ ਡਾਇਗਰਾਮ ਅਸੀਂ ਦੇਖੀਏ, ਠੀਕ ਹੈ, ਫੈਬੇਸੀ ਫੈਮਿਲੀ ਉਹਦੇ 'ਚ ਅਸੀਂ ਪੀ ਪਲਾਂਟ ਕਰਨਾ। ਤਾਂ ਫੈਬੇਸੀ ਫੈਮਿਲੀ ਦੇ ਵਿੱਚ ਸਾਨੂੰ ਪਤਾ ਅਸੀਂ ਪੜ੍ਹਿਆ ਐਸਟੀਵੇਸ਼ਨ 'ਚ ਵੈਗਜ਼ਲਰੀ ਟਾਈਪ ਆਫ ਐਸਟੀਵੇਸ਼ਨ ਹੁੰਦੀ ਆ। ਇਹਦੇ 'ਚ ਇਹ ਫਲਾਰ ਜਨਰਲੀ ਐਕਟੀਨੋਮੋਰਫਿਕ ਆ ਕਿਉਂਕਿ ਇੱਥੇ ਕੀਲ ਦੀ ਫਾਰਮੇਸ਼ਨ ਹੁੰਦੀ ਹੈ, ਠੀਕ ਹੈ, ਕੀਲ ਦੀ ਫਾਰਮੇਸ਼ਨ ਆ ਤਾਂ ਐਕਟੀਨੋਮੋਰਫਿਕ ਫਲਾਰ ਆ, ਐਕਟੀਨੋਮੋਰਫਿਕ ਦਾ ਸਿੰਬਲ ਆ। ਬਾਈਸੈਕਸ਼ੁਅਲ ਫਲਾਰ ਆ, ਕੇਲਿਕਸ ਇਹਦੇ 'ਚ 5 ਨੇ, ਆਪਸ 'ਚ ਫਿਊਜ਼ਡ ਨੇ, ਠੀਕ ਹੈ, ਉੱਦਾਂ ਹੀ ਡਰੋ ਕੀਤੇ ਹੋਏ ਨੇ ਆ ਸੈਪਲਸ। ਕਰੋਲਾ ਜਿਹੜਾ ਇਹਦੇ 'ਚ ਕਰੋਲਾ ਦੀ ਹੀ ਵੈਗਜ਼ਲਰੀ ਐਸਟੀਵੇਸ਼ਨ ਆ, ਉਹ ਕਿਹੜੀ ਕੰਡੀਸ਼ਨ 'ਚ ਆ? 1+2+2। ਇਹਦਾ ਮਤਲਬ ਕੀ ਹੈ ਬੇਟਾ? 1+2+2। ਇਹਦੇ 'ਚ ਇੱਕ ਅੱਪਰ, ਜਦੋਂ ਅਸੀਂ ਵੈਗਜ਼ਲਰੀ ਟਾਈਪ ਆਫ ਐਸਟੀਵੇਸ਼ਨ 'ਚ ਵੀ ਦੇਖਦੇ ਹਾਂ ਤਾਂ ਇਹਦੇ 'ਚ ਇੱਕ ਅੱਪਰ ਇਹ ਪ੍ਰੈਜ਼ੈਂਟ ਆ ਪੈਟਲ, ਫਿਰ ਉਸ ਤੋਂ ਬਾਅਦ ਉਹਦੇ ਅੰਡਰ 2 ਵਿੰਗਸ ਟਾਈਪ ਪੈਟਲਸ ਪਈਆਂ ਨੇ, ਅਤੇ ਲਾਸਟ 'ਤੇ 2 ਆਪਸ 'ਚ ਫਿਊਜ਼ਡ ਨੇ, ਜਿਹੜਾ ਇਹ ਲਿਖਿਆ ਹੋਇਆ ਨਾ 2 ਬ੍ਰੈਕਿਟ ਦੇ ਵਿੱਚ 2 ਫਿਊਜ਼ਡ ਨੇ ਜਿਨ੍ਹਾਂ ਨੇ ਕੀਲ ਬਣਾਇਆ। ਤਾਂ ਇਸ ਤਰ੍ਹਾਂ ਇਹਦੇ ਫਲੋਰਲ ਫਾਰਮੂਲੇ ਦੇ ਵਿੱਚ C ਆ ਜਿਹੜਾ 1+2+2 ਬ੍ਰੈਕਿਟ ਦੇ ਵਿੱਚ ਆਇਆ। ਲਾਸਟ ਹੁਣ ਐਂਡਰੋਸ਼ੀਅਮ ਦੇਖੋ 9+1 ਕੰਡੀਸ਼ਨ ਲਿਖੀ ਹੋਈ ਆ, ਇਹਦਾ ਮਤਲਬ ਐਂਡਰੋਸ਼ੀਅਮ ਫਲੋਰਲ ਫਾਰਮੂਲੇ ਤੋਂ ਹੀ ਸਾਨੂੰ ਕਲੀਅਰ ਹੋ ਗਿਆ ਕਿ ਇਹਦੇ ਐਂਡਰੋਸ਼ੀਅਮ ਕੀ ਹੈ? ਡਾਈ ਅਡਲਫਸ। 2 ਗਰੁੱਪ ਬਣੇ ਹੋਏ ਨੇ, ਇੱਕ 9 ਦਾ ਗਰੁੱਪ ਜਿਹੜੇ ਆਪਸ 'ਚ ਜੁੜਿਆ ਹੋਇਆ ਬੰਡਲ, ਠੀਕ ਹੈ, ਤਾਂ ਨੀਚੇ 9 ਐਂਡਰੋਸ਼ੀਅਮ ਬਣਾਏ ਹੋਏ ਨੇ ਸਰਕਲ ਦੇ ਵਿੱਚ ਅੰਦਰ, ਠੀਕ ਹੈ, 9 ਦੇ 9 ਜੁੜੇ ਹੋਏ ਨੇ ਅਤੇ ਇੱਕ ਅਲੱਗ ਬਣਾਇਆ ਹੋਇਆ। ਸੋ 9+1 ਅਰੇਂਜਮੈਂਟ ਆ ਐਂਡਰੋਸ਼ੀਅਮ ਦਾ। ਲਾਸਟ ਗਾਇਨੋਸ਼ੀਅਮ, ਠੀਕ ਹੈ, 1 ਪਾਇਆ ਹੋਇਆ ਮੀਨਸ ਮੋਨੋਕਾਰਪੈਲਰੀ ਓਵਰੀ ਆ, ਅਤੇ ਨੀਚੇ ਬਾਰ ਪਾਈ ਹੋਈ ਆ ਮੀਨਸ ਓਵਰੀ ਸੁਪੀਰੀਅਰ ਆ, ਮੀਨਸ ਸੇਮ ਉਹੀ ਹਾਈਪੋਗਾਈਨਸ ਫਲਾਰ ਆ। ਤਾਂ ਤੁਸੀਂ ਬੇਟਾ ਸਿੱਧਾ ਫਲੋਰਲ ਫਾਰਮੂਲਾ ਵੀ ਚਾਹੇ ਯਾਦ ਰੱਖੋ, ਚਾਹੇ ਡਿਸਕ੍ਰਿਪਸ਼ਨ ਨੂੰ ਲਰਨ ਕਰੋ, ਫਿਰ ਤੁਹਾਡੀ ਫਲੋਰਲ ਡਾਇਗਰਾਮ ਆ ਜਿਹੜੀ ਡਰੋ ਹੋਣੀ ਹੈ, ਠੀਕ ਹੈ। ਅਤੇ ਲਾਸਟ ਸਾਡੇ ਕੋਲ ਫੈਮਿਲੀ ਹੈ ਲਿਲੀਏਸੀ। ਲਿਲੀਏਸੀ 'ਚ ਅਸੀਂ ਇੱਥੇ ਅਨੀਅਨ ਪਲਾਂਟ ਦੀ ਐਗਜ਼ਾਮਪਲ ਲਈ ਹੈ। ਲਿਲੀਏਸੀ ਫੈਮਿਲੀ ਦੇ ਵਿੱਚ ਜੋ ਦੇਖੋ ਇੱਥੇ ਅਲੱਗ ਦਾ ਇੱਕ ਸਟਰਕਚਰ ਬਣਾਇਆ ਹੋਇਆ ਇੱਦਾਂ ਕਰਕੇ, ਉਹਦੇ 'ਚ ਇੱਕ ਸਰਕਲ ਤੇ ਤੋਂ ਇੱਕ ਆਧਾ ਸਿੰਬਲ ਆ ਪੇਰੀਐਂਥਾ। ਤਾਂ ਲਿਲੀਏਸੀ ਫੈਮਿਲੀ ਦਾ ਜੋ ਅਨੀਅਨ ਪਲਾਂਟ ਅਸੀਂ ਲਿਆ, ਇਸ 'ਚ ਕੈਲਿਕਸ ਤੇ ਕਰੋਲਾ ਦੋਨੋਂ ਆਪਸ 'ਚ ਫਿਊਜ਼ ਨੇ ਅਤੇ ਪੇਰੀਐਂਥ ਬਣਾਉਂਦੇ ਨੇ। ਉਹ ਪੇਰੀਐਂਥ 3+3 ਦੇ ਅਰੇਂਜਮੈਂਟ 'ਚ ਅਰੇਂਜ ਨੇ ਫਲਾਰ 'ਚ, ਕਿ 3 ਆਊਟਰ ਵਰਲ ਬਣਾਈ ਹੋਈ ਆ, 3 ਨੇ ਇਨਰ ਵਰਲ ਬਣਾਈ ਹੋਈ ਆ, ਠੀਕ ਹੈ। ਤਾਂ 3+3 ਦੇ ਅਰੇਂਜਮੈਂਟ 'ਚ ਨੇ ਅਤੇ ਆਪਸ 'ਚ ਸਾਰੇ ਫਿਊਜ਼ਡ ਨੇ, ਤਾਂ ਕਰਕੇ ਇਹਨਾਂ ਨੂੰ ਅਸੀਂ ਬ੍ਰੈਕਿਟ ਦੇ ਵਿੱਚ ਲਿਖਿਆ ਹੋਇਆ। ਦੈਨ ਐਂਡਰੋਸ਼ੀਅਮ ਵੀ ਸੇਮ 3+3, ਪਰ ਸਾਰੇ ਐਂਡਰੋਸ਼ੀਅਮ ਪੇਰੀਐਂਥ ਦੇ ਨਾਲ ਅਟੈਚ ਨੇ, ਠੀਕ ਹੈ, ਤਾਂ ਉਹਦੇ ਲਈ ਇਹ ਸਿੰਬਲ ਹੈ। ਤਾਂ ਇਹੋ ਜਿਹੇ ਐਂਡਰੋਸ਼ੀਅਮ ਨੂੰ ਅਸੀਂ ਕਿਹੜੇ ਟਰਮ ਦੇਵਾਂਗੇ? ਜੇਕਰ ਤਾਂ ਪੈਟਲਸ ਨਾਲ ਅਟੈਚ ਹੁੰਦੇ ਬੇਟਾ ਉਹਨੂੰ ਅਸੀਂ ਐਪੀ ਪੈਟਲਸ ਕਹਿੰਦੇ ਹਾਂ, ਠੀਕ ਹੈ। ਤਾਂ ਪਰ ਇੱਥੇ ਜੁੜੇ ਹੋਏ ਨੇ ਪੇਰੀਅਨ ਨਾਲ, ਐਪੀਫਿਲਸ ਵਰਡ ਇਹਦੇ ਲਈ ਯੂਜ਼ ਕਰ ਲੈਂਦੇ ਹਾਂ, ਠੀਕ ਹੈ। ਚਲੋ ਮੀਨਸ ਆਪਾਂ ਸਿੰਬਲ ਕੀ ਉੱਪਰ ਇੱਦਾਂ ਕਰਵ ਡਰੋ ਕਰਨੀ। ਅਤੇ ਲਾਸਟ ਦੇ ਵਿੱਚ ਸਾਡੇ ਕੋਲ ਗਾਇਨੋਸ਼ੀਅਮ ਇਜ਼ ਟਰਾਈਕਾਰਪੈਲਰੀ ਸਿਨ ਕਾਰਪਸ, ਜੋ ਗਾਇਨੋਸ਼ੀਅਮ ਪ੍ਰੈਜ਼ੈਂਟ ਆ, ਠੀਕ ਹੈ, ਟਰਾਈਲੋਕੂਲਰ ਓਵਰੀ ਹੈ ਇਹ। ਤਾਂ 3 ਬ੍ਰੈਕਿਟ ਦੇ ਵਿੱਚ ਅਸੀਂ ਲਿਖਿਆ ਹੋਇਆ ਟਰਾਈਕਾਰਪੈਲਰੀ ਓਵਰੀ।
ठीक है। तो यह साडी सी डिस्क्रिप्शन तीसरी फैमिली दी। तो फिर दोबारा कह रही हाँ, फ्लोरल फार्मूला ते फ्लोरल डायग्राम नूं अलग तो ड्रॉ करके तिन्ना दी रखो, पर हर एक चीज़ का सिंबल रिटन च भी की सिंबल आ ते ड्रॉ करन च भी की सिंबल आ, वो तुहानूं याद होना चाहिए। ठीक है। फिर असी लास्ट एक बारी फिर देखते हैं कि जेकर तुसी कैलिक्स का सिंबल ड्रॉ करना, कैलिक्स का पैटर्न फ्लोरल डायग्राम च, तो उन्होंने इदां करते हैं। करोला जिन्हों असी पैटल्स कहने हैं उन्होंने इदां ड्रॉ करते हैं। पेरियंथ उन्होंने इदां सेंटर दे विच इदां, ठीक है, सर्कल। तो ये साडे सिंबल्स ने। एंड्रोशियम जेकर आपस च दो चीज़ां जॉइंड ने, ठीक है, तो असीं इहनूं इदां जॉइन करके बना दिंदे हैं। फिर एस्टिवेशन के अकॉर्डिंग, ठीक है, तुसीं इत्थे मेनली वॉलवेट एस्टिवेशन कीती है, तो एस्टिवेशन के अकॉर्डिंग ओह नाल पए ने, एक दूजे नूं ओवरलैप नहीं कर रहे। ठीक है, ओवरलैप नहीं कर रहे, वो स्ट्रक्चर इदां पए ने, तो ये वॉलवेट एस्टिवेशन। तो एस्टिवेशन के हिसाब नाल उन्होंने तुसीं ड्रॉ करना, फिर तुहानूं चंगी तरह याद हो जाएंगे, तुसीं प्रैक्टिस करोगे 2-3 बार। ठीक है। तो ये सी बेटा अपना चैप्टर दा एंड, ठीक है, लास्ट पार्ट सी चैप्टर का। होप कि तुहानूं समझ आ गया होना। तो प्लीज़ एक बार ये रीडिंग जरूर लैनी है अपनी बुक दे विचों, तां तुहानूं चैप्टर की समझ आनी है। तो सारे वर्ड्स जिहड़े तुसीं रजिस्टर ते नोट करने आ, डेली एक बार उन्होंने रिवाइज करना, जदों तक कि तुहानूं बिना देखे याद नहीं आता कि इस वर्ड का मीनिंग की सी। ठीक है। थैंक यू बेटा, हैव अ नाइस डे अहेड।